हर सोहीरा छाड़ कै करह आन की आस, ते नर दोजिक जाहेंगे सत पाखै रविदास। बहुत जन्म बिछुरे थे माधो, ए जन्म तुम्हारे लेखे। कह रविदास आस लग जीवो, चिर भयो दर्शन देखे। प्रेम पंथ की पालिके रविदास बैठे आए, साचे स्वामी मिलन को आनंद कहो न जाए। ऐसी लाल तुझ बिन कौन करे, गरीब निवाज गुसैया मेरा माथे छत्र धरै। जाकी छोट जगत को लागे तां पर तू ही टरै। नीच ऊच करे मेरा गोविंद काहू ते न डरै। नाम देव कबीर तिलोचन सदना सैन तरै। कह रविदास सुनहोरे संत हो, हर जीव ते सब ऐसरै। कह रविदास सुनहोरे संत हो, हर जीव ते सब ऐसरै। आदरणीय ਗੁਰੂ ਪ੍ਰਸਾਦ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਅਕਾਲ ਪੁਰਖ ਅੰਤਰਜਾਮੀ ਦੀਆਂ ਵਡਿਆਈਆਂ ਦਾ ਗੁੰਥਨ ਕੀਤਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਸਮਾਨ ਬਖਸ਼ਿਆ ਕਰਨ ਵਾਲਾ ਇਸ ਦੁਨੀਆ ਦੇ ਉੱਤੇ ਕੋਈ ਨਹੀਂ। ਉਹ ਅਕਾਲ ਪੁਰਖ ਅੰਤਰਜਾਮੀ ਹੀ ਗਰੀਬਾਂ ਨੂੰ ਸਨਮਾਨ ਦੇਣੇ ਵਾਲਾ ਹੈ, ਅਤੇ ਜਦੋਂ ਉਸ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਗਰੀਬਾਂ ਦੇ ਸਿਰ 'ਤੇ ਉਹ ਛਤਰ ਚਲਾ ਦਿੰਦੇ ਨੇ। ਅਕਾਲ ਪੁਰਖ ਅੰਤਰਜਾਮੀ 'ਤੇ ਛੂਆਛਾਤ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਔਰ ਉਹ ਗਰੀਬਾਂ ਦੇ ਉੱਤੇ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੇ ਹਨ, ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ, ਐਸੇ ਗਰੀਬ ਉਹਨਾਂ 'ਤੇ ਪਰਮਾਤਮਾ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਔਰ ਉਹ ਅਕਾਲ ਪੁਰਖ ਅੰਤਰਜਾਮੀ ਸਮਰੱਥ ਹੈ, ਔਰ ਗਰੀਬਾਂ ਨੂੰ ਉਵਾਰਨ ਸਮੇਂ, ਉੱਚਾ ਉਠਾਉਣ ਸਮੇਂ ਉਹ ਕਿਸੇ ਪਾਸੋਂ ਡਰਦਾ ਨਹੀਂ। ਔਰ ਸਤਿਗੁਰੂ ਰਵਿਦਾਸ ਜੀ ਨੇ ਫਰਮਾਇਆ ਕਿ ਉਸ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਨਾਮਦੇਵ ਜੀ, ਕਬੀਰ ਜੀ, ਸਦਨਾ ਜੀ, ਸੈਨ ਜੀ ਔਰ ਤਲੋਚਨ ਜੀ ਆਦਿਕ ਮਹਾਂਪੁਰਸ਼ ਇਸ ਸੰਸਾਰ ਵਿੱਚ ਪ੍ਰਤਿਸ਼ਠਿਤ ਹੋਏ, ਉਜਾਗਰ ਹੋਏ, ਔਰ ਉਹਨਾਂ ਨੇ ਅੰਮ੍ਰਿਤਮਈ ਉਪਦੇਸ਼ਾਂ ਨਾਲ ਸੰਸਾਰ ਨੂੰ ਸਤਮਾਰਗ ਦਰਸਾਇਆ। ਅੰਮ੍ਰਿਤਮਈ ਉਪਦੇਸ਼ਾਂ ਨਾਲ ਸੰਸਾਰ ਨੂੰ ਸਜਗ ਕੀਤਾ। ਤੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਾਰੇ ਵਿਸ਼ਵ ਨੂੰ ਯਾਦ ਕਰਾਉਂਦੇ ਹਨ। ਸਤਿਗੁਰੂ ਰਵਿਦਾਸ ਜੀ ਸੰਤ ਮਹਾਂਪੁਰਸ਼ਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਅੰਤਰਜਾਮੀ ਦੀ ਬਖਸ਼ਿਸ਼ ਨਾਲ ਸਾਰੇ ਦੇ ਸਾਰੇ ਕੰਮ ਪੂਰੇ ਹੁੰਦੇ ਨੇ, ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ। ਤੋ ਇਹ ਪਵਿੱਤਰ ਸ਼ਬਦ ਸਾਬਰਕੋਟੀ ਜੀ ਜੋ ਇੱਕ ਉੱਗੇ ਗਾਇਕ ਹਨ, ਆਓ ਉਹਨਾਂ ਦੀ ਪਵਿੱਤਰ ਆਵਾਜ਼ ਵਿੱਚ ਆਪਾਂ ਸਰਵਣ ਕਰਦੇ ਹਾਂ। ਔਰ ਇਸ ਸ਼ਬਦ ਦੀ ਵਿਆਖਿਆ ਮਹਾਨ ਵਿਦਵਾਨ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਉਹਨਾਂ ਦੀ ਰਸਨਾ ਤੋਂ ਆਪਾਂ ਸਰਵਣ ਕਰਾਂਗੇ। ऐसी लाल तुझ बिन कौन करे, ऐसी लाल तुझ बिन कौन करे। गरीब निवाज गुसैया मेरा, गरीब निवाज गुसैया मेरा, माथे छत्र धरे। ऐसी लाल तुझ बिन कौन करे, ऐसी लाल तुझ बिन कौन करे।
जाकी चोट जगत को लागे, लागे लागे जाकी चोट जगत को लागे, जाकी चोट जगत को लागे, ता पर तू ही डरे ऐसी लाल तुझ बिन कौन करे, ऐसी लाल तुझ बिन कौन करे। नीचे ऊंच करे मेरा गोविंद, नीचे 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 ऊंच करे मेरा गोविंद, नीचे ऊंच करे मेरा गोविंद, काहू ते न डरे ऐसी लाल तुझ बिन कौन करे, ऐसी लाल तुझ बिन कौन करे। नामदेव कबीर त्रिलोचन, नामदेव कबीर त्रिलोचन, सदना सैन तरे ऐसी लाल तुझ बिन कौन करे, ऐसी लाल तुझ बिन कौन करे। कहे रविदास सुनो रे संतो, कहे रविदास, कहे रविदास, कहे रविदास, कहे रविदास सुनो रे संतो, कहे रविदास सुनो रे संतो, हर जियो ते सब सरे ऐसी लाल तुझ बिन कौन करे, ऐसी लाल तुझ बिन कौन करे। परम सत्कारयोग साध संगत जीओ, अज असी गुरु साहब गुरु रविदास महाराज दे शब्द ऐसी लाल तुझ बिन कौन करे ते विचार करांगे। उन्हां अनुभवां नूं समझण दा यतन करांगे जिन्हां दे आधार ते गुरु साहब ने शब्द उचारिया है, क्योंकि वो अनुभव जिन्हां दे विचों ये शब्द निकलिया है
ਉਹਨਾਂ ਦਾ ਇਸ ਸਮਾਜ ਨਾਲ ਬਹੁਤ ਲੰਬਾ ਚੌੜਾ ਤੇ ਗਹਿਰਾ ਰਿਸ਼ਤਾ ਹੈ। ਮੇਰੀ ਸਮਝ ਅਨੁਸਾਰ ਇਸ ਸ਼ਬਦ ਦੇ ਮਗਰ ਬਹੁਤ ਵੱਡਾ ਇਤਿਹਾਸ ਖੜਾ ਹੈ। ਅਗਰ ਉਸ ਇਤਿਹਾਸ ਨੂੰ ਨਾ ਦੇਖਿਆ ਜਾਵੇ ਤਾਂ ਸ਼ਬਦ ਦੇ ਅਰਥ ਉਸ ਦੀ ਗਹਿਰਾਈ ਤੱਕ ਨਹੀਂ ਜਾ ਸਕਣਗੇ। ਭਾਰਤ ਦੇ ਇਤਿਹਾਸ 'ਚ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਉਹਨਾਂ ਘਟਨਾਵਾਂ ਦੇ ਸਿੱਟੇ ਵਜੋਂ ਇਹ ਸ਼ਬਦ ਹੋਂਦ 'ਚ ਆਇਆ ਹੈ। ਅੱਜ ਤੋਂ ਲਗਭਗ 2000 ਸਾਲ ਪਹਿਲਾਂ ਇਸ ਸਮੇਂ ਨੂੰ ਪੱਕੇ ਤੌਰ 'ਤੇ ਨਹੀਂ ਮਿਥਿਆ ਜਾ ਸਕਦਾ, ਪਰ ਅਸੀਂ ਮੰਨ ਲੈਂਦੇ ਹਾਂ ਕਿ 2000 ਸਾਲ ਦੇ ਸਮੇਂ ਵਿੱਚ ਕੁਛ ਐਸੀ ਘਟਨਾ ਵਾਪਰੀ ਜਦ ਇੱਕ ਸ਼ੂਦਰ ਵਿਅਕਤੀ ਭਗਤੀ ਕਰਨ ਲੱਗਿਆ। ਇੱਕ ਬੜਾ ਵੱਡਾ ਕਾਂਡ ਹੈ ਇਸ ਇਤਿਹਾਸ ਦਾ। ਤਾਂ ਉਸ ਵੇਲੇ ਦੇ ਮੌਕੇ ਦੀ ਹਾਕਮ ਜਮਾਤ ਨੇ ਜਾਂ ਜਿਹੜੇ ਲੋਕ ਧਰਮ ਦੇ ਉੱਤੇ ਕਾਬਜ਼ ਸਨ, ਦੇਸ਼ ਦਾ ਧਰਮ ਜਿਨ੍ਹਾਂ ਦੇ ਹੱਥ ਸੀ, ਜਿਨ੍ਹਾਂ ਦਾ ਸਮਾਜ ਦੇ ਉੱਤੇ ਪੂਰਾ ਦਬਦਬਾ ਸੀ, ਉਹਨਾਂ ਲੋਕਾਂ ਨੇ ਕਿਸੇ ਵੀ ਤਰੀਕੇ ਨਾਲ ਮੌਕੇ ਦੇ ਰਾਜੇ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਖੋਜ ਕੀਤੀ ਜਾਵੇ ਕਿ ਕੌਣ ਆਦਮੀ ਭਗਤੀ ਕਰ ਰਿਹਾ ਹੈ ਜਿਸ ਕਰਕੇ ਕੋਈ ਨਵੀਆਂ ਮੁਸੀਬਤਾਂ ਖੜੀਆਂ ਹੋ ਰਹੀਆਂ। ਜੇ ਇਸ ਕਾਂਡ ਨੂੰ ਪੜ੍ਹਨਾ ਹੋਵੇ, ਦੇਖਣਾ ਹੋਵੇ, ਸਮਝਣਾ ਹੋਵੇ ਤਾਂ ਭਗਵਾਨ ਵਾਲਮੀਕ ਦੀ ਰਾਮਾਇਣ ਵਿੱਚ ਇਹ ਕਾਂਡ ਦਰਜ ਹੈ। ਅਸੀਂ ਸਧਾਰਨ ਤੌਰ 'ਤੇ ਸਾਰੇ ਲੋਕਾਂ ਨੇ ਉਹਨੂੰ ਸੁਣਿਆ ਹੋਇਆ ਹੈ, ਪਰ ਉਹ ਇੱਕ ਕਾਂਡ ਅੱਜ ਦੇ ਗੁਰੂ ਸਾਹਿਬ ਦੇ ਸ਼ਬਦ ਨਾਲ ਬਹੁਤ ਗਹਿਰਾ ਜੁੜਿਆ ਹੋਇਆ ਹੈ। ਇਸ ਕਰਕੇ ਮੈਂ ਸੋਚ ਰਿਹਾ ਕਿ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਉਸ ਮੌਕੇ ਦੇ ਰਾਜੇ ਨੇ ਧਰਮ ਦੇ ਮਾਲਕਾਂ ਜਾਂ ਧਰਮ ਦੇ ਉੱਤੇ ਜੋ ਕਾਬਜ਼ ਲੋਕ ਸੀ ਉਹਨਾਂ ਦੇ ਕਹੇ 'ਤੇ ਉਹਦੀ ਤਲਾਸ਼ ਕੀਤੀ, ਔਰ ਤਲਾਸ਼ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਸ਼ੂਦਰ ਭਗਤੀ ਕਰ ਰਿਹਾ ਹੈ, ਤਾਂ ਉਸ ਨੂੰ ਕਤਲ ਕੀਤਾ ਗਿਆ। ਜੇ ਅਸੀਂ ਬਾਕੀ ਵਿਆਖਿਆ 'ਚ ਨਾ ਵੀ ਜਾਈਏ ਤਾਂ ਇਸ ਦਾ ਅਰਥ ਕੀ ਨਿਕਲਦਾ ਹੈ ਕਿ ਭਾਰਤ ਦੀ ਧਰਤੀ ਦੇ ਉੱਤੇ ਸ਼ੂਦਰ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਅਗਰ ਕੋਈ ਇਸ ਤਰ੍ਹਾਂ ਦੀ ਗੁਸਤਾਖੀ ਕਰਦਾ ਤਾਂ ਉਹਨੂੰ ਕਤਲ ਦੀ ਸਜ਼ਾ ਦਿੱਤੀ ਜਾਂਦੀ। ਇਹ ਸਮਾਜਿਕ ਵਿਵਸਥਾ ਸੀ, ਧਾਰਮਿਕ ਵਿਵਸਥਾ ਸੀ। ਧਰਮ ਦੇ ਅਨੁਸਾਰ ਕੋਈ ਸ਼ੂਦਰ ਭਗਤੀ ਨਹੀਂ ਕਰ ਸਕਦਾ, ਕੋਈ ਸ਼ੂਦਰ ਆਪਣੇ ਰੱਬ ਦੀ ਯਾਦ ਵਿੱਚ ਨਹੀਂ ਬੈਠ ਸਕਦਾ, ਉਹਦੀ ਆਰਾਧਨਾ ਨਹੀਂ ਕਰ ਸਕਦਾ, ਉਹਦੀ ਤਪੱਸਿਆ ਨਹੀਂ ਕਰ ਸਕਦਾ। ਤਾਂ ਸੈਂਕੜੇ ਸਾਲਾਂ ਤੱਕ ਇਹ ਵਿਵਸਥਾ ਚੱਲਦੀ ਰਹੀ ਕਿ ਕਿਸੇ ਵੀ ਸ਼ੂਦਰ ਨੂੰ ਭਗਤੀ ਕਰਨ ਦਾ, ਇੱਥੋਂ ਤੱਕ ਕਿ ਕਿਸੇ ਆਪਣੇ ਅਕਾਲ ਪੁਰਖ ਦਾ ਜਾਂ ਕਹੋ ਕਿ ਆਪਣੇ ਇਸ਼ਟ ਦਾ ਨਾਂ ਜਪਣ ਦਾ, ਉਹਨੂੰ ਯਾਦ ਕਰਨ ਦਾ ਕੋਈ ਅਧਿਕਾਰ ਨਹੀਂ ਰਿਹਾ। ਤਾਂ ਇਸ ਵਿਵਸਥਾ ਦੇ ਖਿਲਾਫ ਕਿ ਕੋਈ ਮਨੁੱਖ ਅਧਿਕਾਰਾਂ ਤੋਂ ਵੰਚਿਤ ਕਿਵੇਂ ਹੋ ਸਕਦਾ ਹੈ, ਇਸ ਵਿਵਸਥਾ ਦੇ ਖਿਲਾਫ ਬਹੁਤ ਵੱਡੀ ਬਗਾਵਤ ਚੱਲੀ, ਸਮਾਜਿਕ ਤੇ ਧਾਰਮਿਕ ਬਗਾਵਤ ਹੋਂਦ ਵਿੱਚ ਆਈ। ਉਹ ਬਗਾਵਤ ਵਾਰ-ਵਾਰ ਨਵੇਂ-ਨਵੇਂ ਰੂਪ 'ਚ ਆਉਂਦੀ ਰਹੀ। ਜਿਵੇਂ ਅਸੀਂ ਦੇਖਦੇ ਹਾਂ ਕਿ 8ਵੀਂ ਤੇ 9ਵੀਂ ਸਦੀ ਦੇ ਵਿੱਚ ਗੁਰੂ ਮਛੰਦਰਨਾਥ ਔਰ ਗੁਰੂ ਗੋਰਖਨਾਥ ਔਰ ਗੁਰੂ ਜਲੰਧਰਨਾਥ, ਚਰਪਟਨਾਥ, ਇਹ ਜਿਹੜੇ ਜੋਗੀ ਸਨ, ਇਹ ਜੋਗ ਲਹਿਰ ਖੜੀ ਹੋਈ। ਜੋਗ ਲਹਿਰ ਦੇ ਵਿੱਚ ਅਕਾਲ ਪੁਰਖ ਨੂੰ ਆਲਖ ਨਿਰੰਜਨ ਕਹਿ ਕੇ ਯਾਦ ਕੀਤਾ ਗਿਆ। ਜਦ ਅਸੀਂ ਪੜ੍ਹਦੇ ਹਾਂ ਇਸ ਲਹਿਰ ਵਿੱਚ ਨਿਰੰਜਨ ਹੋਂਦ 'ਚ ਆਇਆ, ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ ਨਿਮਨ ਜਾਤੀਆਂ 'ਚੋਂ ਪੈਦਾ ਹੋਏ ਗੁਰੂ ਗੋਰਖਨਾਥ ਵਰਗੇ ਮਹਾਂਪੁਰਸ਼, ਉਹਨਾਂ ਨੇ ਨਿਰੰਜਨ ਦੇ ਨਾਂ ਨੂੰ ਘਰ ਘਰ ਜਾ ਕੇ ਯਾਦ ਕੀਤਾ ਔਰ ਲੋਕਾਂ ਨੂੰ ਜਾ ਕੇ ਉਹਨਾਂ ਦੇ ਬੂਹਿਆਂ 'ਤੇ ਸੁਣਾਇਆ। ਇਸ ਦਾ ਮਤਲਬ ਹੈ ਕਿ ਇਹਨੂੰ ਸਿਰਫ ਪਾਠ ਪੂਜਾ ਦਾ ਮਸਲਾ ਨਹੀਂ ਕਿਹਾ ਜਾ ਸਕਦਾ। ਇੱਕ ਐਸੀ ਵਿਵਸਥਾ ਦੇ ਖਿਲਾਫ ਦੂਸਰੀ ਵਿਵਸਥਾ ਖੜੀ ਹੋ ਰਹੀ ਹੈ ਕਿ ਕਿਸੇ ਮਨੁੱਖ ਨੂੰ ਕਿਸੇ ਇਸ਼ਟ ਨੂੰ ਯਾਦ ਕਰਨ 'ਤੇ ਅਧਿਕਾਰਾਂ ਤੋਂ ਕਿਵੇਂ ਵੰਚਿਤ ਕੀਤਾ ਜਾ ਸਕਦਾ ਹੈ। ਅਗਰ ਕਿਸੇ ਆਦਮੀ ਦਾ ਇਸ ਕਰਕੇ ਕਤਲ ਹੁੰਦਾ ਕਿ ਉਹ ਆਪਣੇ ਇਸ਼ਟ ਨੂੰ, ਆਪਣੇ ਭਗਵਾਨ ਨੂੰ, ਆਪਣੇ ਰੱਬ ਨੂੰ ਧਿਆਰਿਆ ਹੈ, ਤਾਂ ਉਹਦੇ ਖਿਲਾਫ ਪਹਿਲੀ ਬਗਾਵਤ ਜਿਹੜੀ ਹੈ ਉਹ ਖੜੀ ਹੋਈ ਹੈ। ਉਹਦੇ 'ਚ ਗੁਰੂ ਗੋਰਖਨਾਥ ਦਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਗੁਰੂ ਗੋਰਖਨਾਥ ਦੀ ਜਿਹੜੀ ਯੋਗ ਪਰੰਪਰਾ ਹੈ, ਯੋਗ
ਮਤ ਹੈ ਜਿਹੜਾ ਉਹ 8ਵੀਂ 9ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ 12ਵੀਂ ਸਦੀ ਦੇ ਅਖੀਰ ਤੱਕ ਬਹੁਤ ਪ੍ਰਭਾਵਿਤ ਰਿਹਾ ਔਰ ਉੱਤਰੀ ਭਾਰਤ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਰਿਹਾ। ਇਹ ਸਪਸ਼ਟ ਸ਼ਬਦਾਂ ਦੇ ਵਿੱਚ ਗੁਰੂ ਗੋਰਖਨਾਥ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਇੱਕ ਐਸੇ ਨਿਰੰਜਨ ਦੀ ਗੱਲ ਕਹੀ ਜਿਹਨੂੰ ਕਥਿਆ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ। ਅਲਖ ਮੈਨੇ ਕੋਈ ਜੋ ਚੀਜ਼ ਜਿਹੜਾ ਅੰਤ ਲਖਿਆ ਨਾ ਜਾ ਸਕੇ, ਜਿਹਨੂੰ ਜਾਣਿਆ ਨਾ ਜਾ ਸਕੇ, ਜਿਹੜਾ ਇੰਨਾ ਪਾਰ ਤੇ ਬੇਅੰਤ ਹੈ ਕਿ ਉਸ ਦੀ ਹੱਦ ਤੱਕ ਕੋਈ ਮਨੁੱਖ ਨਹੀਂ ਜਾ ਸਕਦਾ। ਐਸੇ ਅਕਾਲ ਪੁਰਖ ਨੂੰ, ਐਸੇ ਨਿਰੰਜਨ ਨੂੰ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖ ਕੇ ਇੱਕ ਵੱਡੀ ਲਹਿਰ ਖੜੀ ਕੀਤੀ। ਔਰ ਅਗਰ ਉਸ ਲਹਿਰ ਨੂੰ ਨਾ ਸਮਝਿਆ ਜਾਵੇ, ਅਗਰ ਉਸ ਲਹਿਰ ਨੂੰ ਚੇਤੇ ਨਾ ਰੱਖਿਆ ਜਾਵੇ, ਅਗਰ ਉਸ ਲਹਿਰ ਦੀ ਹੋਂਦ ਨੂੰ ਆਦਮੀ ਸਮਝ ਨਾ ਸਕੇ ਜਾਂ ਚੇਤੇ ਨਾ ਕਰ ਸਕੇ, ਤਾਂ ਇਹ ਸ਼ਬਦ ਜੋ ਗੁਰੂ ਸਾਹਿਬ ਨੇ ਉਚਾਰਿਆ, ਇਹਦੀ ਪਿੱਠ ਭੂਮੀ ਵਿੱਚ ਪਿਆ ਇਤਿਹਾਸ ਆ ਜਿਹੜਾ ਉਹ ਜੇ ਮਿਟ ਜਾਂਦਾ ਹੈ, ਜੇ ਸਾਡੀ ਸਮਝ ਨਹੀਂ ਆਉਂਦਾ ਹੈ, ਤਾਂ ਸ਼ਬਦ ਦੇ ਸਹੀ ਅਰਥ ਅਸੀਂ ਨਹੀਂ ਕਰ ਸਕਾਂਗੇ। ਹੁਣ ਗੁਰੂ ਸਾਹਿਬ ਜਦ ਇਹ ਕਹਿੰਦੇ ਆ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹਦਾ ਮਤਲਬ ਹੈ ਕੋਈ ਕਿ ਸਤਿਗੁਰੂ ਇੱਕ ਐਸੇ ਅਕਾਲ ਪੁਰਖ ਨੂੰ ਯਾਦ ਕਰਦੇ ਆ, ਇੱਕ ਐਸੇ ਪ੍ਰਭੂ ਨੂੰ ਯਾਦ ਕਰਦੇ ਆ, ਇੱਕ ਐਸੇ ਪਰਬ੍ਰਹਮ ਨੂੰ, ਗੋਬਿੰਦ ਨੂੰ ਯਾਦ ਕਰਦੇ ਆ, ਇੱਕ ਐਸੇ ਪਰਉਪਕਾਰੀ ਮੁਕੰਦ ਨੂੰ ਯਾਦ ਕਰਦੇ ਹੈ, ਇੱਕ ਐਸੇ ਨਿਰੰਜਨ ਨੂੰ ਯਾਦ ਕਰਦੇ ਹੈ, ਇੱਕ ਐਸੇ ਗੁਸਾਈ ਨੂੰ ਯਾਦ ਕਰਦੇ ਹੈ ਜੋ ਸਭ ਦਾ ਦਾਤਾ ਹੈ। ਔਰ ਗੁਰੂ ਸਾਹਿਬ ਜਦ ਇਹ ਕਹਿੰਦੇ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਜਿਸ ਅਵਸਥਾ ਦੇ ਵਿੱਚ ਖੜੇ ਇਹ ਸ਼ਬਦ ਉਚਾਰ ਰਹੇ ਹੈ, ਉਸ ਵੇਲੇ ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਬਹੁਤ ਵੱਡੇ ਮਹਾਂਪੁਰਸ਼ਾਂ ਵਾਲਾ ਸਥਾਪਿਤ ਹੋ ਚੁੱਕਿਆ ਸੀ। ਇਹ ਸ਼ਬਦ ਦੀ ਪਹਿਲੀ ਸਤਰ ਇਹ ਸਾਬਤ ਕਰਦੀ ਹੈ ਕਿ ਗੁਰੂ ਸਾਹਿਬ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਜੋ ਮਹਾਂਪੁਰਖ ਸੀ, ਉਹਨਾਂ ਦੇ ਉੱਪਰ ਉਹਨਾਂ ਦੇ ਵਿੱਚੋਂ ਕੱਦਾਵਰ ਮਹਾਂਪੁਰਖ ਨਜ਼ਰ ਆਉਂਦੇ ਸੀ। ਔਰ ਜਦ ਉਹ ਐਡੇ ਵੱਡੇ ਰੁਤਬੇ 'ਤੇ ਸੀ, ਜਦ ਮੈਂ ਪੜ੍ਹ ਕੇ ਵੇਖਦਾ ਹਾਂ ਕਿ ਭਾਰਤ ਦੇ ਵਿੱਚ ਸੈਂਕੜੇ ਸੰਤ ਐਸੇ ਜਿਨ੍ਹਾਂ ਨੂੰ ਮੈਂ ਪੜ੍ਹਿਆ ਹੈ, ਜਿਨ੍ਹਾਂ ਦੀ ਬਾਣੀ ਪੜ੍ਹੀ ਹੈ, ਉਹਨਾਂ ਨੇ ਗੁਰੂ ਸਾਹਿਬ ਦਾ ਵਾਰ-ਵਾਰ ਜ਼ਿਕਰ ਕੀਤਾ ਹੈ। ਕਦੇ ਉਹ ਸਤਿਗੁਰੂ ਨਾਮਦੇਵ ਦਾ ਨਾਂ ਲੈਂਦੇ ਆ, ਕਦੇ ਉਹ ਕਬੀਰ ਸਾਹਿਬ ਦਾ ਨਾਂ ਲੈਂਦੇ ਆ, ਕਦੇ ਉਹ ਸਤਿਗੁਰੂ ਰਵਿਦਾਸ ਦਾ ਨਾਂ ਲੈਂਦੇ ਆ, ਪਰ ਸਭ ਤੋਂ ਜ਼ਿਆਦਾ ਉਸ ਸਮੇਂ 'ਚ ਗੁਰੂ ਰਵਿਦਾਸ ਦਾ ਨਾਂ ਵਾਰ-ਵਾਰ ਬਾਣੀ ਦੇ ਵਿੱਚ ਉਹਨਾਂ ਦੀ ਚਾਹੁੰਦਾ ਹੈ। ਇਹਦਾ ਮਤਲਬ ਹੈ ਕਿ ਭਾਰਤ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਸਭ ਤੋਂ ਮਹਾਨ ਮਨੁੱਖ ਜੋ ਸੀ, ਉਹਨਾਂ ਦਾ ਨਾਂ ਗੁਰੂ ਰਵਿਦਾਸ ਸੀ। ਇਹ ਸ਼ਬਦ ਉਹਨਾਂ ਨੇ ਆਪਣੇ ਰੁਤਬੇ ਦੇ ਮੁਤਾਬਕ ਜਿਸ ਸਮਾਜ ਦੀ ਵਿਵਸਥਾ 'ਚ ਜਿਸ ਉੱਚੇ ਰੁਤਬੇ 'ਤੇ ਉਹ ਖੜੇ ਹੈ, ਉਸ ਥਾਂ 'ਤੇ ਖੜ ਕੇ ਉਹਨਾਂ ਨੇ ਇਹ ਸ਼ਬਦ ਉਚਾਰਿਆ ਹੈ ਕਿ ਹੇ ਮੇਰੇ ਪ੍ਰਭੂ, ਹੇ ਮੇਰੇ ਮੁਕੰਦ, ਹੇ ਮੇਰੇ ਨਿਰੰਜਨ, ਤੇਰੇ ਬਿਨਾ ਇਹ ਰੁਤਬਾ ਹਾਸਲ ਨਹੀਂ ਹੋ ਸਕਦਾ। ਅਗਰ ਤੂੰ ਕਿਰਪਾ ਨਾ ਕਰੇ ਤਾਂ ਅਸੀਂ ਨਿਮਨ ਜਾਤੀ ਦੇ ਲੋਕ, ਅਸੀਂ ਨੀਚ ਲੋਕ ਇਸ ਤਰ੍ਹਾਂ ਦੀ ਵਿਵਸਥਾ ਵਿੱਚ ਜਿਉਏ ਹਾਂ ਕਿ ਸਦੀਆਂ ਤੱਕ ਸਾਡਾ ਇਸੇ ਕਰਕੇ ਕਤਲ ਕੀਤਾ ਗਿਆ ਕਿ ਅਸੀਂ ਤੇਰਾ ਨਾਂ ਲੈਣ ਤੋਂ ਵੀ ਵਰਜਿਤ ਰਹੇ, ਅਸੀਂ ਵੰਚਿਤ ਰਹੇ, ਤੇਰਾ ਨਾਂ ਲੈਣਾ ਵੀ ਪਾਪ ਰਿਹਾ ਔਰ ਸਾਨੂੰ ਉਸ ਦੀ ਸਜ਼ਾ ਮਿਲਦੀ ਰਹੀ। ਜੇ ਇਹ ਗੱਲ ਸਾਨੂੰ ਨਾ ਪਤਾ ਲੱਗਿਆ ਹੁੰਦਾ ਕਿ ਗੁਰੂ ਸਾਹਿਬ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਨਾਂ ਲਿਆ ਅਕਾਲ ਪੁਰਖ ਦਾ, ਉਹਨੂੰ ਯਾਦ ਕੀਤਾ, ਉਹਨਾਂ ਨੂੰ ਕਤਲ ਕੀਤਾ ਗਿਆ, ਤਾਂ ਇਸ ਸ਼ਬਦ ਦੀ ਰੂਹ ਤੱਕ ਅਸੀਂ ਨਹੀਂ ਜਾ ਸਕਦੇ ਸੀ। ਜਦੋਂ ਅਸੀਂ ਗੁਰੂ ਗੋਰਖਨਾਥ ਦੀ ਲਹਿਰ ਨੂੰ ਵੇਖਦੇ ਹਾਂ ਤਾਂ ਉਹ ਇੱਕ ਬਗਾਵਤ ਹੈ ਇਸ ਗੱਲ ਦੇ ਖਿਲਾਫ ਕਿ ਤੁਸੀਂ ਕਿਸੇ ਮਨੁੱਖ ਨੂੰ ਕਤਲ ਕਿਵੇਂ ਕਰ ਸਕਦੇ ਹੋ ਜਦੋਂ ਕਿ ਪ੍ਰਭੂ ਸਭ ਨੂੰ ਬਰਾਬਰ ਪੈਦਾ ਕਰਦਾ ਹੈ। ਉਹ ਅਲਖ ਨਿਰੰਜਨ ਜਿਹੜਾ ਇਸ ਧਰਤੀ ਦਾ ਨਹੀਂ, ਪੂਰੇ ਬ੍ਰਹਿਮੰਡ ਦਾ ਪੂਰੇ ਦਾ ਪੂਰਾ ਮਾਲਕ ਹੈ, ਜੋ ਇਸ ਦੀ ਸਿਰਜਣਾ ਜਿਹੜੀ ਹੈ ਉਹ ਇੰਨੀ ਵਿਸ਼ਾਲ ਹੈ ਕਿ ਕੋਈ ਮਨੁੱਖ, ਕੋਈ ਤਾਕਤ ਉਸ ਦਾ ਅੰਤ ਨਹੀਂ ਪਾ ਸਕਦੀ। ਉਸ ਦੀ ਸਿਰਜਣਾ ਅਸੀਂ ਹਾਂ, ਤਾਂ ਤੁਸੀਂ ਸਾਨੂੰ ਇਸ ਸਿਰਜਣਾ ਦੇ, ਇਸ ਅਕਾਲ ਪੁਰਖ ਦੇ, ਇਸ ਤਾਕਤਵਰ ਸ਼ਕਤੀ ਦੇ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਉਸ ਦੇ ਗੁਣ ਗਾਉਣ ਤੋਂ ਕਿਵੇਂ ਰੋਕ ਸਕਦੇ ਹੋ। ਇਹ ਬਗਾਵਤ ਇਸ ਹੱਦ ਤੱਕ ਚਲੀ ਗਈ ਕਿ ਇੱਕ ਦਿਨ ਗੁਰੂ ਰਵਿਦਾਸ ਔਰ ਉਹਨਾਂ ਦੇ ਜਿਹੜੇ ਦੂਸਰੇ ਸੰਤ ਸੀ, ਜੋ ਮਹਾਂਪੁਰਖ ਸੀ, ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਅੱਗੇ ਕਰਨਗੇ ਜਾ ਕੇ, ਜਦ ਉਹਨਾਂ ਦੇ ਕਰਕੇ ਗੁਰੂ ਸਾਹਿਬ ਦਾ ਰੁਤਬਾ ਬਹੁਤ ਵੱਡੀ ਉੱਚੀ ਜਗ੍ਹਾ 'ਤੇ ਪਹੁੰਚ ਗਿਆ, ਤਾਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਉਹੀ ਧਰਤੀ ਹੈ, ਇਹ ਉਹੀ ਸਮਾਜ ਹੈ ਜਿੱਥੇ ਕੱਲ੍ਹ ਮੇਰੇ ਵਰਗੇ ਕਿਸੇ ਮਨੁੱਖ ਨੂੰ ਇਸ ਕਰਕੇ ਕਤਲ ਕਰ ਦਿੱਤਾ ਜਾਂਦਾ ਸੀ ਕਿ ਉਹ ਰੱਬ ਦੀ ਭਗਤੀ ਕਿਉਂ ਕਰਦਾ ਹੈ। ਪਰ ਅੱਜ ਮੈਂ ਜਦ ਉਹਦੀ ਭਗਤੀ ਕਰਨ ਲੱਗਾ ਹਾਂ
ਤਾਂ ਕਤਲ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚੋਂ ਤਲਵਾਰ ਡਿੱਗ ਪੈਂਦੀ ਹੈ। ਉਹ ਮੇਰੇ ਸਾਹਮਣੇ ਜਦ ਆਉਂਦੇ ਹੈ ਤਾਂ ਮੇਰੇ ਬਚਨ ਸੁਣਨ ਤੋਂ ਬਾਅਦ ਉਹ ਮੇਰੇ ਸਾਹਮਣੇ ਨਮਸਕਾਰ ਕਰਦੇ ਹੈ, ਬਜਾਏ ਇਸ ਦੇ ਕਿ ਉਹ ਮੈਨੂੰ ਹੱਥ ਚੁੱਕਣ। ਇਹ ਗੱਲ ਕਹੀ ਜਾ ਸਕਦੀ ਹੈ ਕਿ ਗੁਰੂ ਸਾਹਿਬ ਨੂੰ, ਇਕੱਲੇ ਗੁਰੂ ਸਾਹਿਬ ਗੁਰੂ ਰਵਿਦਾਸ ਨੂੰ ਨਹੀਂ, ਸਤਿਗੁਰੂ ਨਾਮਦੇਵ ਮਹਾਰਾਜ ਨੂੰ, ਸਤਿਗੁਰੂ ਕਬੀਰ ਸਾਹਿਬ ਨੂੰ ਬਕਾਇਦਾ ਤੌਰ 'ਤੇ ਉਸ ਸਮਾਜ 'ਚ ਵੱਡੀਆਂ ਸਜ਼ਾਵਾਂ ਦਿੱਤੀਆਂ ਗਈਆਂ, ਜਿਸ ਦਾ ਪ੍ਰਮਾਣ ਬਾਣੀ ਵਿੱਚ ਬੜੀ ਅੱਛੀ ਤਰ੍ਹਾਂ ਦਰਜ ਹੈ, ਜਿਹਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਸ਼ਬਦ ਜੋ ਅਸੀਂ ਬਾਣੀ ਦੇ ਵਿੱਚੋਂ ਪ੍ਰਮਾਣ ਦੇ ਰੂਪ 'ਚ ਹਮੇਸ਼ਾ ਦਿੰਦੇ ਰਹਾਂਗੇ, ਔਰ ਇਦੋਂ ਵੱਡਾ ਪ੍ਰਮਾਣ ਸਾਡੇ ਕੋਲ ਕੋਈ ਨਹੀਂ ਹੈ ਕਿ ਜਦ ਸਤਿਗੁਰੂ ਇਹ ਕਹਿੰਦੇ ਹੈ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿੰਪੇ ਕੇ ਜਨਮ ਕਾਹੇ ਕੋ ਆਇਆ। ਇਹ ਸ਼ਬਦ ਉਸ ਸਮਾਜਿਕ ਵਿਵਸਥਾ ਦਾ ਪੱਕਾ ਪ੍ਰਮਾਣ ਹੈ। ਜਦ ਗੁਰੂ ਸਾਹਿਬ ਇਹ ਕਹਿੰਦੇ ਕਿ ਮੈਂ ਦੇਹੁਰੇ 'ਚ ਗਿਆ, ਮੰਦਰ 'ਚ ਗਿਆ, ਮੈਂ ਦੂਸਰੇ ਲੋਕਾਂ ਵਾਂਗ ਭਗਤੀ ਕਰਨ ਲੱਗਿਆ, ਪਰ ਕਿਉਂਕਿ ਮੈਂ ਨੀਚ ਜਾਤੀ 'ਚ ਜਨਮ ਲਿਆ, ਇਸ ਕਰਕੇ ਮੈਨੂੰ ਮਾਰ ਪਈ, ਮੇਰਾ ਅਪਮਾਨ ਹੋਇਆ। ਇਹ ਇੱਕ ਉਦਾਹਰਣ ਹੈ, ਇੱਕ ਪ੍ਰਮਾਣ ਹੈ ਉਸ ਵਿਵਸਥਾ ਦਾ। ਪਰ ਉਸੇ ਵਿਵਸਥਾ ਦੇ ਵਿੱਚੋਂ ਇੱਕ ਕ੍ਰਾਂਤੀ ਨਿਕਲਦੀ ਹੈ। ਜਦ ਗੁਰੂ ਸਾਹਿਬ ਉੱਠ ਕੇ ਉਸ ਦੇ ਵਿਰੁੱਧ ਕ੍ਰਾਂਤੀ ਕਰਦੇ ਹੈ, ਉਸ ਤੋਂ ਬਾਅਦ ਕਬੀਰ ਸਾਹਿਬ ਕ੍ਰਾਂਤੀ ਕਰਦੇ ਹੈ, ਔਰ ਉਹਨਾਂ ਦੇ ਨਾਲ ਨਾਲ ਗੁਰੂ ਰਵਿਦਾਸ ਕ੍ਰਾਂਤੀ ਕਰਦੇ ਹੈ, ਸਤਿਗੁਰੂ ਸੈਣ ਕ੍ਰਾਂਤੀ ਕਰਦੇ ਹੈ। ਉਸ ਕ੍ਰਾਂਤੀ ਦੇ ਵਿੱਚੋਂ ਦੂਸਰੇ ਸੰਤ ਗੁਰੂ ਨਾਨਕ ਵਰਗੇ ਮਹਾਂਪੁਰਸ਼ ਵੀ ਪੈਦਾ ਹੁੰਦੇ ਹੈ, ਰਾਜਾ ਪੀਪਾ ਵਰਗੇ ਮਹਾਂਪੁਰਸ਼ ਪੈਦਾ ਹੁੰਦੇ ਆ, ਮੀਰਾ ਬਾਈ ਵਰਗੀ ਸੰਤ ਪੈਦਾ ਹੁੰਦੀ ਆ। ਔਰਤ ਜਿਹੜੀ ਹੈ ਉਹ ਇਸ ਸਮਾਜ ਦੇ ਵਿੱਚ ਔਰਤ ਦਾ ਰੁਤਬਾ ਸ਼ੂਦਰ ਤੋਂ ਵੀ ਥੱਲੇ ਦਰਜੇ ਦਾ ਰੱਖਿਆ ਗਿਆ। ਪਰ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਇੱਕ ਔਰਤ ਵੀ ਉੱਠ ਕੇ ਉਸ ਸਾਈਂ ਦੇ ਲੜ ਲੱਗੀ, ਉਸ ਸਤਿਗੁਰ ਦੇ ਲੜ ਲੱਗੀ, ਜਿਸ ਨੇ ਇਸ ਵਿਵਸਥਾ ਦੇ ਖਿਲਾਫ ਇੱਕ ਬਗਾਵਤ ਖੜੀ ਕੀਤੀ। ਜਦ ਗੁਰੂ ਸਾਹਿਬ ਇਹ ਦੇਖਦੇ ਆ ਕਿ ਪੂਰੇ ਦੇਸ਼ ਦੇ ਵਿੱਚ ਅੱਜ ਮੇਰੀ ਗੱਲ ਮੰਨੀ ਜਾ ਰਹੀ ਹੈ, ਗੁਰੂ ਸਾਹਿਬ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਆ ਕਿ ਹਮਰਾ ਕਹਾ ਕਰੇ ਸੰਸਾਰ, ਕੋਈ ਭੁਲੇਖਾ ਨਹੀਂ ਹੈ, ਕੋਈ ਭਰਮ ਨਹੀਂ ਹੈ ਸਾਨੂੰ। ਅਸੀਂ ਆਪਣੇ ਕੋਲੋਂ ਕੋਈ ਗੱਲ ਬਣਾ ਕੇ ਨਹੀਂ ਕਹਿਣਾ ਚਾਹੁੰਦੇ। ਉਹਨਾਂ ਦੇ ਆਪਣੇ ਸ਼ਬਦਾਂ 'ਚ ਲਿਖਿਆ ਹੋਇਆ ਹੈ ਕਿ ਅਵਸਥਾ ਤਾਂ ਇਹ ਬਣ ਗਈ ਹੈ ਕਿ ਮੇਰੇ ਕਹੇ 'ਤੇ ਅੱਜ ਵੱਡੇ ਤੋਂ ਵੱਡੇ ਲੋਕ ਹੈ ਜਿਹੜੇ ਉਹੀ ਕੁਛ ਕਰ ਰਹੇ ਆ ਜੋ ਮੈਂ ਉਹਨਾਂ ਨੂੰ ਉਪਦੇਸ਼ ਕਰਦਾ ਹਾਂ। ਹਮਰਾ ਕਹਾ ਕਰੇ ਸੰਸਾਰ, ਇਹ ਸੰਸਾਰ ਜੋ ਕਦੇ ਉਲਟਾ ਚੱਲਦਾ ਸੀ, ਇਹ ਸੰਸਾਰ ਜੋ ਕਦੇ ਸਜ਼ਾਵਾਂ ਦਿੰਦਾ ਸੀ, ਇਹ ਸੰਸਾਰ ਜੋ ਕਦੇ ਕਤਲ ਕਰਦਾ ਸੀ, ਇਹ ਸੰਸਾਰ ਜੋ ਕੈਦ ਕਰਦਾ ਸੀ, ਇਹ ਸੰਸਾਰ ਜੋ ਕਦੇ ਹਾਥੀ ਹੇਠ ਸੁੱਟਦਾ ਸੀ, ਇਹ ਸੰਸਾਰ ਜੋ ਮੰਦਰ 'ਚ ਗਿਆਨ ਨੂੰ ਕੁੱਟਦਾ ਸੀ, ਅਪਮਾਨਿਤ ਕਰਦਾ ਸੀ, ਇਹ ਸੰਸਾਰ ਜੋ ਗਲੀਆਂ 'ਚੋਂ ਲੰਘਣ ਨਹੀਂ ਸੀ ਦਿੰਦਾ, ਇਹ ਸੰਸਾਰ ਜੋ ਬੋਲਣ ਨਹੀਂ ਸੀ ਦਿੰਦਾ, ਇਹ ਸੰਸਾਰ ਜੋ ਕੁਝ ਦੇਖਣ ਨਹੀਂ ਸੀ ਦਿੰਦਾ, ਇਹ ਸੰਸਾਰ ਜੋ ਕਦੇ ਬਰਾਬਰ ਨਹੀਂ ਸੀ ਬੈਠਣ ਦਿੰਦਾ, ਇਹ ਸੰਸਾਰ ਜੋ ਚੰਗਾ ਖਾਣ ਪੀਣ ਪਹਿਨਣ ਨਹੀਂ ਸੀ ਦਿੰਦਾ, ਅੱਜ ਉਲਟੀ ਬਾਤ ਹੋ ਗਈ ਹੈ ਕਿ ਹਮਰਾ ਕਹਾ ਕਰੇ ਸੰਸਾਰ। ਮੈਂ ਵੀ ਤਾਂ ਇੱਕ ਅਛੂਤ ਹਾਂ, ਮੈਂ ਇੱਕ ਚਮਾਰ ਜਨਮ ਲਿਆ ਹੈ, ਪਰ ਇੱਕ ਚਮਾਰ ਦਾ ਰੁਤਬਾ ਇਸ ਲੈਵਲ ਤੱਕ ਚਲਾ ਗਿਆ ਹੈ ਕਿ ਅੱਜ ਉਸ ਦੇ ਕਹੇ 'ਤੇ ਇਹ ਸੰਸਾਰ, ਇਹ ਸਮਾਜ, ਇਹ ਸਮਾਜ ਦੇ ਲੋਕ ਚੱਲ ਰਹੇ ਹੈ, ਔਰ ਉਹਦੇ ਕਹੇ 'ਤੇ, ਉਹਦੇ ਉਪਦੇਸ਼ ਦੇ ਉੱਤੇ ਇਹਨਾਂ ਲੋਕਾਂ ਨੇ ਜਿਉਣਾ ਸਿੱਖ ਲਿਆ ਹੈ। ਤਾਂ ਇਹ ਸੱਚੇ ਪਾਤਸ਼ਾਹ, ਇਹ ਮੇਰੇ ਸਤਿਗੁਰ, ਇਹ ਪਾਰ ਬ੍ਰਹਮ ਅਕਾਲ ਪੁਰਖ, ਤੇਰੀ ਕਿਰਪਾ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ? ਅਗਰ ਤੂੰ ਦਇਆ ਨਾ ਕਰੇ। ਹੁਣ ਇੱਥੇ ਇੱਕ ਨਵੀਂ ਚੀਜ਼ ਪੈਦਾ ਹੋ ਗਈ ਕਿ ਅਕਾਲ ਪੁਰਖ ਦਇਆ ਕਿਵੇਂ ਕਰਤਾ ਹੈ। ਜੇ ਕੋਈ ਇਹ ਕਹੇ ਕਿ ਬੈਠਿਆਂ ਬੈਠਿਆਂ ਦਇਆ ਹੋ ਜਾਂਦੀ ਹੈ, ਇਸ ਤਰ੍ਹਾਂ ਨਹੀਂ ਹੁੰਦਾ ਗਾ। ਅਕਾਲ ਪੁਰਖ ਦੀ ਦਇਆ ਦਾ ਮਤਲਬ ਹੈ ਕਿ ਗੁਰੂ ਸਾਹਿਬ ਦੇ ਦਿਮਾਗ 'ਚ ਜੋ ਗੱਲ ਆਈ, ਜਦੋਂ ਉਹਨਾਂ ਦਾ ਅਨੁਭਵ ਤੇਜ਼ ਹੋਇਆ, ਜਦ ਉਹਨਾਂ ਦੇ ਗਿਆਨ ਨੇ ਵਿਕਾਸ ਕੀਤਾ, ਉਹਨਾਂ ਨੇ ਕਿਹਾ ਕਿ ਭਇਆ ਗਿਆਨ ਹੁਆ ਪ੍ਰਕਾਸ਼। ਜਦ ਗਿਆਨ ਆਇਆ ਤਾਂ ਪ੍ਰਕਾਸ਼ ਹੋਇਆ। ਉਸ ਪ੍ਰਕਾਸ਼ 'ਚੋਂ ਕੀ ਨਿਕਲਿਆ, ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਇੱਕੋ ਹੀ ਅਕਾਲ ਪੁਰਖ ਹੈ ਸਭ ਦਾ, ਕੋਈ ਦੂਸਰੀ ਸ਼ਕਤੀ ਨਹੀਂ ਜੋ ਮਨੁੱਖੀ ਜੀਵ ਨੂੰ ਬਣਾਉਂਦੀ ਹੈ। ਬ੍ਰਹਿਮੰਡ ਦੀ, ਕੁੱਲ ਬ੍ਰਹਿਮੰਡ ਆ ਜਿਹੜਾ, ਇਹਦੀ ਹਰ ਚੀਜ਼ ਉਹਦੇ 'ਚੋਂ ਪੈਦਾ ਹੁੰਦੀ ਹੈ ਔਰ ਆਪਣੇ ਆਪ ਖਤਮ ਹੁੰਦੀ ਜਾਂਦੀ ਹੈ, ਆਪਣੇ ਆਪ ਪੈਦਾ ਹੁੰਦੀ ਜਾਂਦੀ ਹੈ। ਦੂਸਰੀ ਕੋਈ ਸ਼ਕਤੀ ਨਾ ਇਹਨੂੰ ਸਿਰਜਦੀ ਹੈ, ਨਾ ਇਸ ਦਾ ਪਾਲਣ ਪੋਸ਼ਣ ਕਰਦੀ ਹੈ ਔਰ ਨਾ ਇਸ ਦਾ ਕਾਲ ਕਰਦੀ ਹੈ। ਇਸ ਧਰਤੀ ਦੀ ਰਚਨਾ ਦਾ ਅਧਿਕਾਰ, ਇਸ ਜੀਵ ਦੀ ਰਚਨਾ ਦਾ ਅਧਿਕਾਰ, ਇਸ ਜੀਵਨ ਨੂੰ ਦੇਣ ਦਾ ਜਿਹੜਾ ਅਧਿਕਾਰ ਹੈ, ਉਹ ਕੇਵਲ ਅਕਾਲ ਪੁਰਖ ਕੋਲ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਜੀਵ ਦਾ ਖਾਣਾ ਪੀਣਾ, ਪਹਿਨਣਾ, ਤੁਰਨਾ ਫਿਰਨਾ, ਉਹ ਸਾਰੇ ਦਾ ਸਾਰਾ ਜੋ ਦਿੰਦਾ ਹੈ ਅਕਾਲ ਪੁਰਖ ਦਿੰਦਾ ਹੈ। ਔਰ ਉਸ ਦਾ ਕਾਲ ਵੀ ਕਿਸੇ ਦੇ ਹੱਥ 'ਚ ਨਹੀਂ ਹੈ,
ਅਕਾਲ ਪੁਰਖ ਨੇ ਇੱਕ ਐਸਾ ਨਿਯਮ ਬਣਾਇਆ ਹੋਇਆ ਹੈ, ਉਸ ਨਿਯਮ ਦੇ ਅਨੁਸਾਰ ਹਰ ਜੀਵ ਇਸ ਧਰਤੀ ਤੇ ਆਉਂਦਾ ਹੈ, ਉਸ ਨਿਯਮ ਅਨੁਸਾਰ ਹੀ ਚਲਾ ਜਾਂਦਾ ਹੈ, ਦੂਜੀ ਕੋਈ ਸ਼ਕਤੀ ਨਹੀਂ ਹੈ। ਇਸ ਕਰਕੇ ਜਿਹੜੀ ਗੱਲ ਅੱਜ ਮੈਂ ਕਹਿ ਰਿਹਾ ਹਾਂ, ਕੱਲ ਮੈਨੂੰ ਨਹੀਂ ਕਹਿਣ ਦਿੱਤੀ ਜਾਂਦੀ ਸੀ। ਜਿਹੜੀ ਗੱਲ ਅੱਜ ਮੈਂ ਲੋਕਾਂ 'ਚ ਰੱਖ ਕੇ ਲੋਕਾਂ ਨੂੰ ਸਮਝਾਉਂਦਾ ਹਾਂ, ਜੋ ਗਿਆਨ ਮੈਨੂੰ ਪ੍ਰਾਪਤ ਹੋਇਆ ਹੈ, ਜੋ ਮੈਂ ਅਨੁਭਵ ਪ੍ਰਾਪਤ ਕੀਤੇ ਹਨ, ਜਿਹੜਾ ਸੱਚ ਮੈਂ ਜਾਣਿਆ ਹੈ, ਜੋ ਅਕਾਲ ਪੁਰਖ ਦੀਆਂ ਅਟਲ ਸੱਚਾਈਆਂ ਮੇਰੇ ਦਿਮਾਗ ਵਿੱਚ ਆਈਆਂ ਹਨ, ਮੈਨੂੰ ਮੇਰੇ ਸਤਿਗੁਰਾਂ ਨੇ ਸਮਝਾਈਆਂ ਹਨ, ਔਰ ਮੈਂ ਇਹ ਸਾਰੇ ਸਮਾਜ ਨੂੰ ਜਦ ਸਮਝਾ ਰਿਹਾ ਹਾਂ ਤਾਂ ਸਮਾਜ ਮੇਰੀ ਗੱਲ ਮੰਨਣ ਲੱਗਿਆ ਹੈ, ਸਮਾਜ ਮੇਰੇ ਰਸਤੇ ਤੇ ਚੱਲਣ ਲੱਗਿਆ ਹੈ। ਭਾਵੇਂ ਇਹ ਪੰਥ ਬਹੁਤ ਔਖਾ ਹੈ। ਗੁਰੂ ਸਾਹਿਬ ਨੇ ਇੱਕ ਤਾਂ ਲਿਖਿਆ ਹੈ ਕਿ ਇਹ ਪੰਥ ਬਹੁਤ ਔਖਾ ਹੈ, ਇਹ ਖੇਡ ਸੌਖੀ ਨਹੀਂ ਹੈ ਕਿ ਇੱਕ ਪਾਸੇ ਵਿਰੋਧੀ ਦੀ ਬਹੁਤ ਵੱਡੀ ਤਾਕਤ ਬਣੀ ਹੋਵੇ ਔਰ ਉਹਦੇ ਸਾਰੇ ਸਿਸਟਮ ਦੇ ਖਿਲਾਫ ਕੋਈ ਅਛੂਤ ਖੜਾ ਹੋਵੇ ਔਰ ਉਹ ਉਹਦੀ ਹਰ ਗੱਲ ਨੂੰ ਕੱਟ ਕੇ ਅਕਾਲ ਪੁਰਖ ਦੀ ਰਚਨਾ ਨੂੰ ਲੋਕਾਂ ਦੇ ਸਾਹਮਣੇ ਰੱਖਦਾ ਹੋਵੇ ਔਰ ਉਸਦੇ ਪਰਿਵਾਰ ਤੋਂ ਲੈ ਕੇ ਸਾਰੀ ਸ੍ਰਿਸ਼ਟੀ ਦੇ ਉੱਤੇ ਜਿਉਂ ਰਹੇ ਜੀਵ ਆ ਜਿਹੜੇ ਉਸ ਸਮਾਜ ਦੇ ਵਿੱਚ, ਉਹ ਸਾਰੇ ਦੇ ਸਾਰੇ ਵਿਰੋਧੀ ਹੋਣ, ਧਰਮ ਵਿਰੋਧੀ ਹੋਵੇ, ਧਰਮਾਂ ਦੇ ਲੋਕ ਵਿਰੋਧੀ ਹੋਣ, ਰਾਜੇ ਵਿਰੋਧੀ ਹੋਣ। ਐਸੀ ਵਿਵਸਥਾ ਦੇ ਵਿੱਚ ਜਦ ਮਨੁੱਖ ਆਪਣੇ ਆਪ ਨੂੰ ਵੱਡੇ ਰੁਤਬੇ ਤੇ ਦੇਖਦਾ ਹੈ ਤਾਂ ਗੁਰੂ ਸਾਹਿਬ ਨੇ ਜਦ ਆਪਣੇ ਆਪ ਨੂੰ ਦੇਖਿਆ ਕਿ ਇਸ ਉਲਟੀ ਵਿਵਸਥਾ ਦੇ ਵਿੱਚ ਵੀ ਮੈਂ ਖੜਾ ਹਾਂ, ਮੇਰੇ ਪੈਰ ਜੰਮੇ ਹੋਏ ਹੈ ਔਰ ਮੇਰੀ ਗੱਲ ਸੁਣ ਕੇ ਲੋਕ ਇਸ ਪੰਥ ਦੇ ਉੱਤੇ ਚੱਲਣ ਨੂੰ ਤਿਆਰ ਹੋਏ ਖੜੇ ਹੈ, ਤਾਂ ਇਹਦਾ ਮਤਲਬ ਹੈ ਕਿ ਅਕਾਲ ਪੁਰਖ ਮੈਨੂੰ ਤੇਰੀ ਗੱਲ ਸਮਝ ਪਈ। ਜਦ ਮੈਂ ਤੇਰੇ ਲੜ ਲੱਗਿਆ, ਪੱਥਰਾਂ ਵਰਗੇ ਬੰਦਿਆਂ ਨੂੰ ਅਕਲ ਦੇ ਕੇ ਖੜੇ ਕੀਤਾ ਔਰ ਉਹਨਾਂ ਨੂੰ ਸਹੀ ਰਸਤੇ ਤੇ ਲਿਆਂਦਾ। ਇਹ ਪੱਥਰੀਆਂ ਤਾਰਨਾ ਕਹਿ ਲਓ, ਇਹਨੂੰ ਚਾਹੇ ਪੱਥਰ ਤਾਰਨਾ ਕਹਿ ਲਓ, ਇੰਨੀ ਸ਼ਕਤੀ ਜਦ ਗੁਰੂ ਸਾਹਿਬ ਦੇ ਅੰਦਰ ਲੋਕਾਂ ਨੇ ਵੇਖੀ ਤਾਂ ਵੱਡੇ ਵੱਡੇ ਲੰਬੜਦਾਰ ਜਿਹੜੇ ਸੀ ਉਹ ਵੀ ਗੁਰੂ ਸਾਹਿਬ ਦੇ ਚਰਨੀ ਆ ਕੇ ਡਿੱਗੇ ਔਰ ਉਹਨਾਂ ਨੇ ਉਹਨਾਂ ਦੇ ਚਰਨਾਂ 'ਚ ਬੈਠ ਕੇ ਬੰਦਨਾ ਕੀਤੀ ਔਰ ਜਿਹੜਾ ਗੁਰੂ ਸਾਹਿਬ ਨੇ ਰਸਤਾ ਦਿੱਤਾ ਉਸ ਰਸਤੇ ਤੇ ਚੱਲਣ ਲੱਗੇ। ਮੇਰਾ ਖਿਆਲ ਹੈ ਇਦੋਂ ਵੱਡੀਆਂ ਉਦਾਹਰਨਾਂ ਅਸੀਂ ਕਿਵੇਂ ਦੇ ਸਕਦੇ ਹਾਂ ਕਿ ਇੱਕ ਰਾਜਾ ਪੀਪਾ ਬ੍ਰਾਹਮਣ ਹੁੰਦਿਆਂ ਹੋਇਆਂ ਗੁਰੂ ਸਾਹਿਬ ਦਾ ਪੈਰੋਕਾਰ ਬਣਦਾ ਹੈ, ਇੱਕ ਰਾਣੀ ਰਾਜਪੂਤ ਰਾਣੀ, ਇੱਕ ਰਾਜ ਘਰਾਣੇ ਦੀ ਰਾਣੀ ਰਾਜਪੂਤ ਹੁੰਦਿਆਂ ਹੋਇਆਂ ਗੁਰੂ ਸਾਹਿਬ ਦੇ ਚਰਨੀ ਲੱਗਦੀ ਹੈ ਔਰ ਉਹ ਕਹਿੰਦੀ ਹੈ ਕਿ ਮੈਂ ਤਾਂ ਗੁਰੂ ਸਾਹਿਬ ਦੇ ਨਾਲ ਜਾਵਾਂਗੀ, ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਰਹਾਂਗੀ, ਮੈਨੂੰ ਕਿਸੇ ਜਾਤ ਨਾਲ ਕੋਈ ਵਾਸਤਾ ਨਹੀਂ ਹੈ, ਮੈਨੂੰ ਕਿਸੇ ਰਾਜ ਪਾਠ ਨਾਲ ਕੋਈ ਵਾਸਤਾ ਨਹੀਂ ਹੈ, ਮੈਨੂੰ ਤਾਂ ਗੁਰੂ ਦੀ ਕਹੀ ਗੱਲ ਨਾਲ ਵਾਸਤਾ ਹੈ, ਮੈਨੂੰ ਗੁਰੂ ਦੇ ਦਿੱਤੇ ਪੰਥ ਨਾਲ ਵਾਸਤਾ ਹੈ, ਮੈਨੂੰ ਗੁਰੂ ਦੇ ਦਿੱਤੇ ਮਾਰਗ ਨਾਲ ਵਾਸਤਾ ਹੈ। ਇਸੇ ਤਰ੍ਹਾਂ ਜਦ ਅਸੀਂ ਗੁਰੂ ਨਾਨਕ ਨੂੰ ਵੇਖਦੇ ਹਾਂ ਤਾਂ ਗੁਰੂ ਨਾਨਕ ਪੰਜਾਬ ਤੋਂ ਚੱਲ ਕੇ ਬਨਾਰਸ ਤੱਕ ਸਫ਼ਰ ਕਰਦੇ ਹੈ ਔਰ ਗੁਰੂ ਦੀ ਹਰ ਬਾਤ ਆਪਣੇ ਕੋਲ ਲਿਆ ਕੇ ਉਹਨੂੰ ਸੰਸਾਰ 'ਚ ਗਾਉਂਦੇ ਫਿਰਦੇ ਹੈ। ਇਦੋਂ ਵੱਡੀਆਂ ਉਦਾਹਰਨਾਂ ਅਸੀਂ ਕੀ ਦੇ ਸਕਦੇ ਹਾਂ। ਤੁਰਿਆ ਜਾਵੇ ਤਾਂ ਗੁਰੂ ਸਾਹਿਬ ਦੀ ਇਹ ਗੱਲ ਕਿੱਡੀ ਸਾਫ਼ ਨਜ਼ਰ ਆਉਂਦੀ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਕਿ ਤੇਰੇ ਬਿਨਾਂ ਅਕਾਲ ਪੁਰਖ ਤੇਰੀ ਸਮਝ ਬਿਨਾਂ ਇਹ ਗੱਲ ਕਦੇ ਨਹੀਂ ਸੀ ਵਾਪਰ ਸਕਦੀ। ਅਗਰ ਤੇਰੇ ਨਾਲ ਲੜ ਨਾ ਲੱਗਦੇ ਤਾਂ ਅਸੀਂ ਵੀ ਪੱਥਰਾਂ ਵਾਂਗ ਡੁੱਬ ਜਾਂਦੇ, ਜਿਸ ਤਰ੍ਹਾਂ ਸਾਡੇ ਬਜ਼ੁਰਗ ਡੁੱਬ ਗਏ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਦੇ ਕਤਲ ਹੋ ਗਏ, ਜਿਸ ਤਰ੍ਹਾਂ ਸਾਡੇ ਬਜ਼ੁਰਗ ਸਦੀਆਂ ਤੋਂ ਦਬੇ ਕੁਚਲੇ ਰਹੇ, ਜਿਸ ਤਰ੍ਹਾਂ ਦਾ ਅਪਮਾਨ ਹੋਇਆ। ਐਸੇ ਹਾਲਾਤ ਪੈਦਾ ਹੋਏ ਕਿ ਜਿੱਥੇ ਮਨੁੱਖ ਦਾ ਜਿਉਣਾ ਹੀ ਹਰਾਮ ਹੁੰਦਾ ਰਿਹਾ, ਜਿੱਥੇ ਮਨੁੱਖ ਦਾ ਜਿਉਣਾ ਜਲੀਲ ਹੁੰਦਾ ਰਿਹਾ, ਐਸੀ ਅਵਸਥਾ ਦੇ ਵਿੱਚ ਅੱਜ ਜਦ ਮੈਂ ਦੇਖਦਾ ਹਾਂ ਕਿ ਬ੍ਰਾਹਮਣ ਵੀ ਮੇਰੀ ਗੱਲ ਮੰਨ ਰਹੇ ਹੈ, ਕਸ਼ੱਤਰੀ ਵੀ ਮੇਰੀ ਗੱਲ ਮੰਨ ਰਹੇ ਹੈ, ਰਾਜਪੂਤ ਮੇਰੀ ਗੱਲ ਮੰਨ ਰਹੇ ਹੈ, ਅਛੂਤਾਂ ਨੇ ਤਾਂ ਮੇਰੀ ਗੱਲ ਮੰਨਣੀ ਹੈ। ਇਸ ਸਮਾਜ ਦੇ ਵੱਡੇ ਵੱਡੇ ਲੰਬੜਦਾਰ ਜਿਹੜੇ ਲੋਕ ਹੈ ਜਿਨ੍ਹਾਂ ਦੇ ਮੂਹਰੇ ਕੋਈ ਪੱਤਾ ਨਹੀਂ ਸੀ ਹਿਲਦਾ, ਅੱਜ ਉਹ ਵੀ ਜਦ ਮੇਰੀ ਅਛੂਤ ਦੀ ਗੱਲ ਮੰਨ ਰਹੇ ਹੈ ਤਾਂ ਮੈਨੂੰ ਲੱਗਦਾ ਅਕਾਲ ਪੁਰਖ ਇਹ ਤੇਰੀ ਐਡੀ ਵੱਡੀ ਦਇਆ ਹੈ ਕਿ ਇਹ ਤੇਰੇ ਬਿਨਾਂ ਕੋਈ ਦੂਸਰੀ ਸ਼ਕਤੀ ਨਹੀਂ ਕਰ ਸਕਦੀ ਸੀ। ਤਾਂ ਅੱਜ ਤੇਰੀ ਕਿਰਪਾ ਨਾਲ ਕੀ ਹੋ ਰਿਹਾ ਹੈ, ਤੂੰ ਕਿਸ ਕਿਸਮ ਦਾ ਹੈ। ਗੁਰੂ ਸਾਹਿਬ ਫਿਰ ਅਕਾਲ ਪੁਰਖ ਦੀ ਸਿਫਤ ਕਰਦੇ ਹੈ। ਇਹ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਦੇ ਸ਼ਬਦਾਂ ਦੇ ਵਿੱਚੋਂ ਉਹਨਾਂ ਦੀ ਅਸਲੀ ਮਾਨਸਿਕਤਾ ਝਰ ਪੈਂਦੀ ਹੈ ਜਦੋਂ ਕਹਿੰਦੇ ਆ ਗਰੀਬ ਨਵਾਜ ਗੁਸਈਆਂ ਮੇਰਾ। ਆਮ ਆਦਮੀ ਇਸ ਦਾ ਅਰਥ ਨਹੀਂ ਕਰ ਸਕਦਾ, ਜੇ ਉਹ ਕਰ ਸਕਦਾ ਹੈ ਤਾਂ ਉਹਦੇ ਗਹਿਰਾਈ ਤੱਕ ਨਹੀਂ ਜਾ ਸਕਦਾ ਕਿ ਇੱਕ ਗੁਸਾਈ ਐਸਾ ਹੈ ਜੋ ਕਤਲ ਕਰਵਾ ਦਿੰਦਾ ਹੈ, ਇੱਕ ਗੁਸਾਈ ਐਸਾ ਹੈ ਜੋ ਗਲੀਆਂ 'ਚ ਰੋਲ ਦਿੰਦਾ ਹੈ, ਇੱਕ ਐਸਾ ਗੁਸਾਈ ਹੈ ਜੋ ਭੁੱਖੇ ਮਾਰ ਦਿੰਦਾ ਹੈ, ਇੱਕ ਐਸਾ ਗੁਸਾਈ ਹੈ ਜੋ ਕੱਪੜੇ ਵੀ ਪਾਉਣ 'ਤੇ ਅਧਿਕਾਰ ਨਹੀਂ ਦਿੰਦਾ, ਇੱਕ ਐਸਾ ਗੁਸਾਈ ਹੈ ਜੋ ਪੜ੍ਹਨ ਨਹੀਂ ਦਿੰਦਾ, ਸੁਣਨ ਨਹੀਂ ਦਿੰਦਾ, ਵੇਖਣ ਨਹੀਂ ਦਿੰਦਾ, ਗਲੀਆਂ 'ਚ ਚੱਲਣ ਨਹੀਂ ਦਿੰਦਾ। ਇੱਕ ਐਸਾ ਗੁਸਾਈ ਹੈ ਕਿ ਦੁਨੀਆ ਭਰ ਦੇ ਜ਼ੁਲਮ ਜਿਹੜੇ ਹੈ ਉਹ ਐਸੇ ਲੋਕਾਂ ਦੇ ਹੱਥ 'ਚ ਦੇ ਦਿੱਤੇ ਹੈ ਕਿ ਸਦੀਆਂ ਤੋਂ ਮਨੁੱਖ ਉਹਨਾਂ ਜ਼ੁਲਮਾਂ ਦੇ ਥੱਲੇ
ਨਪੀੜਿਆ ਜਾ ਰਿਹਾ ਹੈ। ਜਦ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਜਾ ਕੇ ਅੰਤਰ ਦਰਦ ਨਾ ਪਾਈ ਸੋਕਤ ਜਾਣੇ ਪੀੜ ਪੜਾਈ, ਮੇਰਾ ਖਿਆਲ ਹੈ ਗੁਰੂ ਸਾਹਿਬ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਮਨੁੱਖ ਖੁਦ ਇਹਨਾਂ ਦਰਦਾਂ 'ਚੋਂ ਨਹੀਂ ਲੰਘਿਆ, ਜਿਹੜਾ ਮਨੁੱਖ ਇਹਨਾਂ ਪੀੜਾਂ 'ਚੋਂ ਨਹੀਂ ਲੰਘਿਆ, ਜਿਸ ਮਨੁੱਖ ਨੇ ਇਹਨਾਂ ਦਰਦਾਂ ਨੂੰ, ਇਹਨਾਂ ਦੁਰਦਸ਼ਾਵਾਂ ਨੂੰ ਨਹੀਂ ਵੇਖਿਆ, ਜਿਸ ਮਨੁੱਖ ਨੇ ਇਹ ਅਨੁਭਵ ਨਹੀਂ ਦੇਖੇ, ਉਹ ਆਦਮੀ ਦੂਜੇ ਦੀ ਪੀੜਾ ਕਿਵੇਂ ਸਮਝੇਗਾ। ਤਾਂ ਇੱਥੇ ਉਲਟੀ ਬਾਤ ਹੋ ਰਹੀ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਇੱਕ ਐਸਾ ਗੁਸਾਈ ਜੋ ਜਲੀਲ ਕਰਦਾ ਹੈ, ਇੱਕ ਐਸਾ ਗੁਸਾਈ ਜੋ ਅਧਿਕਾਰ ਖੋਂਦਾ ਹੈ, ਇੱਕ ਐਸਾ ਗੁਸਾਈ ਜੋ ਖਾਣਾ ਖੋਂਦਾ ਹੈ, ਕੱਪੜੇ ਖੋਂਦਾ ਹੈ, ਇੱਕ ਐਸਾ ਗੁਸਾਈ ਜਿਹੜਾ ਪਰਛਾਵਾਂ ਪਾਉਣ ਦਾ ਅਧਿਕਾਰ ਵੀ ਨਹੀਂ ਦਿੰਦਾ, ਇੱਕ ਐਸਾ ਗੁਸਾਈ ਜਿਹੜਾ 12 ਵਜੇ ਬਾਹਰ ਚੱਲਣ ਦਾ ਹੁਕਮ ਕਰਦਾ ਹੈ, ਅੱਗੇ ਪਿੱਛੇ ਜਾਣ ਦਾ ਅਧਿਕਾਰ ਵੀ ਨਹੀਂ ਦਿੰਦਾ, ਇੱਕ ਐਸਾ ਗੁਸਾਈ ਹੈ ਜਿਹੜਾ ਟੁੱਟੇ ਹੋਏ ਭਾਂਡਿਆਂ 'ਚ ਜੂਠ ਖਾਣ ਦਾ ਅਧਿਕਾਰ ਦਿੰਦਾ ਹੈ। ਇੱਕ ਪਾਸੇ ਅਸੀਂ ਹਾਂ, ਇੱਕ ਪਾਸੇ ਕੁੱਤੇ ਹੈ, ਇੱਕ ਪਾਸੇ ਜੂਠ ਹੈ, ਔਰ ਅਸੀਂ ਸਾਰੇ ਦੇ ਸਾਰੇ ਉਸ ਜੂਠ ਖਾਣ ਵਾਸਤੇ ਕੁੱਤੇ ਤੇ ਆਦਮੀ ਲੜ ਰਹੇ ਹਾਂ। ਐਸੇ ਗੁਸਾਈ ਦੇ ਕੋਲ ਅਸੀਂ ਜੀਵਨ ਬਤੀਤ ਕੀਤੇ ਹੈ। ਸਦੀਆਂ ਤੱਕ ਸਾਡਾ ਮਨੁੱਖ ਐਸੇ ਗੁਸਾਈ ਕੋਲ ਰਿਹਾ। ਪਰ ਤੂੰ ਕਿਸ ਕਿਸਮ ਦਾ ਗੁਸਾਈ ਹੈ? ਤੂੰ ਤਾਂ ਗਰੀਬ ਨਵਾਜ ਹੈ ਕਿ ਮੇਰੇ ਵਰਗੇ ਗਰੀਬ ਆਦਮੀ ਨੂੰ ਤੂੰ ਇੱਕ ਐਸੇ ਰੁਤਬੇ ਤੇ ਪਹੁੰਚਾ ਦਿੱਤਾ ਹੈ। ਤਰਲੋਚਨ ਸਾਹਿਬ ਸਤਿਗੁਰੂ ਤਰਲੋਚਨ ਵੈਸ਼ ਸੀ, ਉਹ ਸਤਿਗੁਰੂ ਦੇ ਸਭ ਤੋਂ ਵੱਡੇ ਚੇਲੇ ਬਣੇ। ਔਰ ਜਿਹੜੀ ਰਾਜਪੂਤ ਰਾਣੀ ਆ ਉਹ ਵੀ ਉਹਨਾਂ ਦੇ ਮਗਰ ਚੱਲ ਰਹੀ ਹੈ, ਰਾਣੀ ਝਾਲਾਂ ਉਹਨਾਂ ਦੇ ਮਗਰ ਚੱਲ ਰਹੀ ਹੈ। ਜਿਸ ਗੁਰੂ ਦੇ ਮਗਰ ਮੌਕੇ ਦੇ ਰਾਜੇ ਲੱਗੇ ਹੋਏ ਹੋਣ, ਜਿਸ ਦੇ ਮਗਰ ਉਦੋਂ ਦੀਆਂ ਜਿਹੜੀਆਂ ਉੱਚੀਆਂ ਜਾਤਾਂ ਦੇ ਲੋਕ ਚੱਲ ਰਹੇ ਹੋਣ, ਤਾਂ ਗੁਰੂ ਸਾਹਿਬ ਫਿਰ ਸੋਚਦੇ ਆ ਕਿ ਮੇਰਾ ਇਹ ਅਕਾਲ ਪੁਰਖ ਜਿਸ ਦੀ ਮੈਂ ਅੱਜ ਸਮਝ ਪਾਈ ਹੈ, ਜਿਸ ਨੇ ਮੈਨੂੰ ਰਸਤਾ ਦਿੱਤਾ ਹੈ, ਜਿਸ ਨੇ ਮੈਨੂੰ ਬਹੁਤ ਉੱਚੀ ਅਕਲ ਦਿੱਤੀ ਹੈ, ਜਿਸ ਨੇ ਮੈਨੂੰ ਸਹੀ ਮਾਰਗ ਦਿੱਤਾ ਹੈ, ਉਸ ਦੀ ਕਿਰਪਾ ਨਾਲ ਜਦ ਮੈਂ ਇਸ ਰੁਤਬੇ ਤੇ ਪਹੁੰਚਿਆ ਹਾਂ, ਤਾਂ ਇਹਦਾ ਮਤਲਬ ਹੈ ਕਿ ਹੇ ਮੇਰੇ ਮਾਲਕ, ਤਾਂ ਅਸਲੀ ਗੁਸਾਈ ਤੂੰ ਹੈ। ਤੇਰੇ ਕਰਕੇ ਮੈਂ ਪਾਰ ਲੱਗਿਆ ਹਾਂ, ਤੇਰੇ ਕਰਕੇ ਮੇਰੇ ਕਹੇ ਤੇ ਕਰੋੜਾਂ ਲੋਕ ਧਰਤੀ ਦੇ ਉੱਤੇ ਰਹਿ ਕੇ ਪਾਰ ਉਤਾਰੇ ਵੱਲ ਵਧ ਰਹੇ ਹੈ। ਕਰੋੜਾਂ ਲੋਕਾਂ ਨੇ ਮੇਰੀ ਗੱਲ ਸੁਣਨੀ ਸ਼ੁਰੂ ਕੀਤੀ ਹੈ। ਕਿੱਥੇ ਸਾਨੂੰ ਕੋਈ ਖੁਦ ਨੂੰ ਬੋਲਣ ਨਹੀਂ ਸੀ ਦਿੰਦਾ, ਕਿੱਥੇ ਕੋਈ ਸਾਨੂੰ ਖੁਦ ਸੁਣਨ ਨਹੀਂ ਸੀ ਦਿੰਦਾ, ਕਿਤੇ ਸਾਨੂੰ ਕੋਈ ਆਦਮੀ ਬੈਠਣ ਨਹੀਂ ਸੀ ਦਿੰਦਾ, ਖਲੋਣ ਨਹੀਂ ਸੀ ਦਿੰਦਾ, ਕਿਤੇ ਸਾਨੂੰ ਕੋਈ ਪਰਛਾਵਾਂ ਨਹੀਂ ਸੀ ਪਾਉਣ ਦਿੰਦਾ। ਪਰ ਤੇਰੀ ਕਿਰਪਾ ਦੇਖੋ ਅੱਜ ਕਿ ਜਦ ਮੈਂ ਰਾਜ ਦੇ ਕੋਲ ਦੀ ਲੰਘਦਾ ਤਾਂ ਰਾਜਾ ਉੱਠ ਕੇ ਮੈਨੂੰ ਲੈਣ ਆਉਂਦਾ ਹੈ। ਰਾਜਾ ਮੇਰੇ ਸਾਹਮਣੇ ਨਮਸਕਾਰ ਕਰਦਾ ਹੈ। ਕੋਈ ਖੱਤਰੀ, ਕੋਈ ਬ੍ਰਾਹਮਣ, ਕੋਈ ਸ਼ੂਦ, ਕੋਈ ਵੈਸ਼ ਜਦ ਮੇਰੇ ਮਗਰ ਤੁਰਦੇ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਕਾਲ ਤੂੰ ਅਸਲੀ ਗੁਸਾਈ ਹੈ, ਔਰ ਤੂੰ ਐਸਾ ਗੁਸਾਈ ਹੈ ਜਿਹੜਾ ਗਰੀਬਾਂ ਦੀ ਰੱਖਿਆ ਕਰਦਾ ਹੈ। ਇਹ ਉਲਟੀ ਕਹਾਣੀ ਹੋ ਗਈ, ਕਿਉਂਕਿ ਦੂਸਰਾ ਗੁਸਾਈ ਕਿਸ ਦਾ ਗੁਸਾਈ ਸੀ? ਉੱਚੀਆਂ ਜਾਤਾਂ ਦਾ ਗੁਸਾਈ ਆ। ਇੱਕ ਨਹੀਂ ਹਜ਼ਾਰਾਂ ਵਾਰ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਕਿ ਉੱਚੀ ਜਾਤ ਦਾ ਆਦਮੀ ਦੁਨੀਆ ਭਰ ਦੇ ਸਾਰੇ ਕੋ ਕਰਮ ਕਰ ਲਵੇ, ਅਕਾਲ ਪੁਰਖ ਉਹਨੂੰ ਸਜ਼ਾ ਨਹੀਂ ਦਿੰਦਾ, ਗੁਸਾਈ ਉਹਨੂੰ ਸਜ਼ਾ ਨਹੀਂ ਦਿੰਦਾ, ਉਹਨੂੰ ਸਜ਼ਾ ਨਹੀਂ ਦੇ ਸਕਦਾ। ਇਹ ਮੇਰੀ ਗੱਲ ਧਿਆਨ ਨਾਲ ਸੁਣਨੀ ਹੈ ਕਿ ਮੇਰੇ ਸਾਹਮਣੇ ਬੇਸ਼ੁਮਾਰ ਗ੍ਰੰਥ ਹਨ, ਮੇਰੀਆਂ ਲਵਾਰੀਆਂ ਭਰੀਆਂ ਪਈਆਂ ਗ੍ਰੰਥਾਂ ਨਾਲ। ਜੇ ਮੈਂ ਗ੍ਰੰਥ ਨਾ ਵੀ ਦੇਖਾਂ, ਬਾਣੀ 'ਚ ਸਭ ਕੁਝ ਦਰਜ ਹੈ। ਬਾਣੀ ਨੂੰ ਸਮਝਣ ਤੋਂ ਬਾਅਦ ਮੇਰੇ ਗੱਲ ਪੱਲੇ ਪੈਂਦੀ ਹੈ। ਗੁਰੂ ਸਾਹਿਬ ਉਸ ਸਮਾਜ 'ਚ ਪੈਦਾ ਹੋਏ ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਸਜ਼ਾਵਾਂ ਮਿਲੀਆਂ, ਜਿਉਂਦੇ ਜੀ ਸਾੜ ਦਿੰਦੇ, ਤੱਤੇ ਸਰੀਏ ਲਾ ਦਿੰਦੇ, ਅੱਖਾਂ ਕੱਢ ਦਿੰਦੇ। ਤੇ ਜਦ ਗੁਰੂ ਸਾਹਿਬ ਆਪਣੀਆਂ ਗੱਲਾਂ ਲੋਕਾਂ ਦੇ ਵਿੱਚ ਖੜ ਕੇ ਕਰਦੇ ਹੈ, ਜਦ ਸਾਰਾ ਸਮਾਜ ਗੁਰੂ ਸਾਹਿਬ ਦੀ ਗੱਲ ਮੰਨ ਕੇ ਚੱਲਣ ਨੂੰ ਤਿਆਰ ਬੈਠਾ ਹੈ, ਜਦ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਹਮਰਾ ਕਹਾ ਕਰੇ ਸੰਸਾਰ, ਮੇਟੀ ਜਾਤ ਹੂਏ ਦਰਬਾਰ। ਇਹ ਸਧਾਰਨ ਬਾਤ ਨਹੀਂ ਹੈ ਕਿ ਜਦ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਮੇਟੀ ਜਾਤ ਹੂਏ ਦਰਬਾਰ, ਇੱਕ ਐਸਾ ਦਰਬਾਰ ਸੀ ਜਿੱਥੇ ਸਾਨੂੰ ਕਤਲ ਕੀਤਾ ਜਾਂਦਾ ਸੀ। ਮੈਂ ਤੁਹਾਨੂੰ ਪਹਿਲਾਂ ਉਦਾਹਰਨ ਦਿੱਤੀ ਕਿ ਇੱਕ ਰੱਬ ਦਾ ਨਾਂ ਲੈਣ ਤੇ ਹੀ ਕਤਲ ਕਰ ਦਿੱਤਾ ਗਿਆ ਕਿ ਤੂੰ ਰੱਬ ਦਾ ਨਾਂ ਲੈ ਨਹੀਂ ਸਕਦਾ। ਪਰ ਗੁਰੂ ਸਾਹਿਬ ਕੀ ਕਹਿੰਦੇ ਆ ਕਿ ਵਕਤ ਬਦਲ ਗਿਆ ਹੈ, ਇਹ ਸਿਸਟਮ ਬਦਲ ਰਹੇ ਹਾਂ ਅਸੀਂ। ਅੱਜ ਹਾਲਤ ਕੀ ਬਣ ਗਈ ਹੈ ਕਿ ਮਿੱਟੀ ਜਾਤ ਹੂਏ ਦਰਬਾਰ, ਕਿ ਅਸੀਂ ਜਾਤ ਹੈ ਜਿਹੜੀ ਉਹਨੂੰ ਤੋੜ ਭੰਨ ਕੇ ਅੱਜ ਅਕਾਲ ਪੁਰਖ ਦੇ ਦਰਬਾਰ 'ਚ ਖੜੋਤੇ ਹਾਂ। ਔਰ ਉਹ ਦਰਬਾਰ ਕਿਸ ਅਕਾਲ ਪੁਰਖ ਦਾ ਹੈ? ਜੋ ਗਰੀਬ ਨਵਾਜ ਹੈ, ਜੋ ਸਾਡੀ ਰੱਖਿਆ ਕਰਦਾ ਹੈ, ਮਜ਼ਲੂਮ ਦੀ ਰੱਖਿਆ ਕਰਦਾ ਹੈ, ਜੋ ਇਸ ਦੇਸ਼ ਦੇ ਦਬੇ ਕੁਚਲੇ ਇਨਸਾਨ ਦੀ ਰੱਖਿਆ ਕਰਦਾ ਹੈ, ਨੰਗੇ ਭੁੱਖੇ ਤੇ ਕੰਗਾਲ ਦੀ ਰੱਖਿਆ ਕਰਦਾ ਹੈ। ਐਸੇ ਅਕਾਲ ਪੁਰਖ ਨੂੰ ਜਦ ਗੁਰੂ ਸਾਹਿਬ ਦੇਖਦੇ ਆ, ਉਹ ਕੀ ਕਹਿੰਦੇ ਆ? ਗਰੀਬ ਨਵਾਜ ਗੁਸਈਆਂ ਮੇਰਾ। ਅੱਗੇ ਕੀ ਕਹਿੰਦੇ ਆ? ਮੱਥ ਹੈ ਛਤਰ ਤਰੇ।
ਮਾਥੇ ਛਤਰ ਧਰਨ ਦਾ ਕੀ ਅਰਥ ਹੈ? ਇਹ ਤਾਂ ਬੜੀ ਆਸਾਨ ਗੱਲ ਹੈ ਸਮਝਣੀ ਕਿ ਕੋਈ ਸੋਨੇ ਦਾ ਛਤਰ ਬਣ ਕੇ ਨਹੀਂ ਝੂਲਦਾ। ਤੁਸੀਂ ਆਪਣਾ ਬਣਾ ਲਓ, ਚਲਾ ਲਓ, ਇਹ ਹੋ ਸਕਦਾ ਹੈ, ਉੱਤੋਂ ਕਦੇ ਛਤਰ ਨਹੀਂ ਆਉਂਦਾ। ਵਿਵਸਥਾ ਪੈਦਾ ਹੁੰਦੀ ਹੈ। ਇਹ ਵਿਵਸਥਾ ਕਿਸ ਤਰ੍ਹਾਂ ਦੀ ਹੈ ਕਿ ਗੁਰੂ ਸਾਹਿਬ ਬਨਾਰਸ 'ਚ ਬੈਠੇ ਆ, ਗੁਰੂ ਸਾਹਿਬ ਬਨਾਰਸ ਦੇ ਵਿੱਚ ਬੈਠੇ ਆ, ਔਰ ਉਸੇ ਬਨਾਰਸ ਦੇ ਵਿੱਚ ਗੁਰੂ ਸਾਹਿਬ ਨੂੰ ਕੈਦ ਕੀਤੀ ਜਾਂਦੀ ਹੈ। ਕਾਹਦੇ ਵਾਸਤੇ? ਕਿ ਉਹ ਵੱਖਰੇ ਗੁਸਾਈ ਦੀ ਗੱਲ ਕਰਦਾ ਹੈ, ਵੱਖਰੇ ਅਕਾਲ ਪੁਰਖ ਦੀ ਗੱਲ ਕਰਦਾ ਹੈ, ਉਹਨੂੰ ਗਰੀਬ ਨਵਾਜ ਕਹਿੰਦਾ ਹੈ, ਉਹਨੂੰ ਅਲਖ ਨਿਰੰਜਨ ਕਹਿੰਦਾ ਹੈ, ਉਹਨੂੰ ਰਾਮ ਕਹਿੰਦਾ ਹੈ, ਮੁਕੰਦ ਕਹਿੰਦਾ ਹੈ, ਪਰਉਪਕਾਰੀ ਕਹਿੰਦਾ ਹੈ। ਇਹ ਮੁਕੰਦ ਪਰਉਪਕਾਰੀ ਹੈ ਕਹਿੰਦਾ, ਇਹ ਉਲਟੀ ਬਾਤ ਕਰਦਾ ਹੈ, ਇਹ ਗੰਗਾ ਨੂੰ ਉਲਟਾ ਭਗਾਉਣਾ ਚਾਹੁੰਦਾ ਹੈ। ਤਾਂ ਗੁਰੂ ਸਾਹਿਬ ਨੂੰ ਸਜ਼ਾ ਦਵਾਈ ਗਈ, ਜੇਲ੍ਹ ਕੀਤਾ ਗਿਆ। ਉਸੇ ਬਨਾਰਸ ਜਦ ਗੁਰੂ ਬੈਠਦੇ ਆ, ਉਸੇ ਬਸਤੀ 'ਚ ਜਦ ਗੁਰੂ ਬੈਠਦੇ ਆ, ਤਾਂ ਇੱਕ ਵਕਤ ਆਉਂਦਾ ਹੈ ਜਦ ਪੈਰਾਂ ਤੇ ਲੰਮੇ ਪੈ ਕੇ ਡੰਡੌਤ ਕਰਦੇ ਆ, ਔਰ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਹੈ ਕਿ ਅਬ ਵਿਪਰ ਪ੍ਰਧਾਨ ਕਰੇ ਡੰਡੌਤ। ਜੇ ਤਾਂ ਮੈਂ ਕਹਾਂ ਤਾਂ ਮੇਰੀ ਗੱਲ ਝੂਠੀ ਹੋ ਸਕਦੀ ਹੈ। ਜਦ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਅਬ ਵਿਪਰ ਪ੍ਰਧਾਨ ਕਰੇ ਡੰਡੌਤ, ਕਿ ਉਹ ਪ੍ਰਧਾਨ, ਉਹ ਸਭ ਤੋਂ ਉੱਚਾ ਮਨੁੱਖ ਕੀ ਕਰ ਰਿਹਾ ਹੈ? ਮੇਰੇ ਸਾਹਮਣੇ ਇੱਕ ਅਛੂਤ ਚਮਾਰ ਦੇ ਸਾਹਮਣੇ ਡੰਡੌਤ ਕਰ ਰਿਹਾ ਹੈ। ਤੇ ਗੁਰੂ ਸਾਹਿਬ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਹੇ ਮੁਕੰਦ ਪਰਉਪਕਾਰੀ, ਤੂੰ ਮੇਰੇ ਸਿਰ ਦੇ ਉੱਤੇ ਛਤਰ ਝੂਲਣਾ ਲਾ ਦਿੱਤਾ ਹੈ, ਔਰ ਤੂੰ ਇੰਨੀ ਤਾਕਤ ਮੈਨੂੰ ਬਖਸ਼ ਦਿੱਤੀ ਹੈ ਕਿ ਅੱਜ ਮੇਰਾ ਕਿਹਾ ਸੰਸਾਰ ਕਰ ਰਿਹਾ ਹੈ। ਇਹਦਾ ਮਤਲਬ ਹੈ ਕਿ ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ। ਇਹ ਹੈ ਇਹਦਾ ਅਰਥ ਕਿ ਮਨੁੱਖ ਜੋ ਗਲੀਆਂ ਦਾ ਕੱਖ ਬਣਿਆ ਸੀ, ਜਨਮ ਲਿਆ, ਉਹ ਇਸ ਰੁਤਬੇ ਤੇ ਪਹੁੰਚ ਗਿਆ ਕਿ ਅਬ ਵਿਪਰ ਪ੍ਰਧਾਨ ਕਰੇ ਡੰਡੌਤ। ਉਹਨੂੰ ਡੰਡੌਤ ਕਰ ਰਹੇ, ਲੰਮੇ ਪੈ ਕੇ ਉਹਦੇ ਪੈਰਾਂ 'ਚ ਨਮਸਕਾਰ ਕਰ ਰਹੇ ਆ। ਔਰ ਗੁਰੂ ਸਾਹਿਬ ਇਹ ਕਸਰ ਨਹੀਂ ਛੱਡਦੇ। ਮੇਰੇ ਸਾਹਮਣੇ ਗੁਰੂ ਸਾਹਿਬ ਦਾ ਸ਼ਬਦ ਪਿਆ ਹੈ। ਗੁਰੂ ਸਾਹਿਬ ਕੀ ਕਹਿੰਦੇ ਆ? ਪ੍ਰਮਾਣ ਦਿੰਦੇ ਬਕਾਇਦਾ ਕਿ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ। ਮੇਰੇ ਸਮਾਜ ਦੇ ਲੋਕੋ, ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ ਕਿ ਜਾਕੀ ਛੋਤ ਜਗਤ ਕੋ ਲਾਗੇ, ਕਿ ਮੈਂ ਐਸਾ ਮਨੁੱਖ, ਇੱਕ ਐਸਾ ਅਛੂਤ ਬਸਤੀ ਦੇ ਵਿੱਚ ਪੈਦਾ ਹੋਇਆ, ਔਰ ਜਦ ਮੈਂ ਗਲੀਆਂ 'ਚ ਕਿਤੇ ਤੁਰਦਾ ਤਾਂ ਇਸ ਦੇਸ਼ ਦੀਆਂ ਵੱਡੀਆਂ ਜਾਤਾਂ ਨੂੰ ਛੂਆ ਛਾਤ ਲੱਗਦੀ, ਪਿੱਟੇ ਜਾਂਦੇ। ਉਹ ਮੈਨੂੰ ਦੇਖਦੇ ਪਿੱਟੇ ਜਾਂਦੇ, ਮੇਰੇ ਹੱਥ ਲੱਗਦੇ ਪਿੱਟੇ ਜਾਂਦੇ, ਮੈਂ ਕੋਲ ਦੀ ਲੰਘਦਾ ਪਿੱਟੇ ਜਾਂਦੇ, ਮੇਰੇ ਨਾਲ ਹਵਾਵਾਂ ਪਿੱਟੀਆਂ ਜਾਂਦੀਆਂ, ਮੇਰੇ ਨਾਲ ਖਾਣੇ ਪਿੱਟੇ ਜਾਂਦੇ, ਕਿਸੇ ਵੀ ਵਸਤੂ ਦੇ ਕੋਲ ਦੀ ਲੰਘ ਜਾਂਦੇ ਉਹ ਪਿੱਟ ਹੋ ਜਾਂਦੀ। ਜਾਕੀ ਛੋਤ ਜਗਤ ਕੋ ਲਾਗੇ, ਸਾਰਾ ਸੰਸਾਰ ਪਿੱਟਿਆ ਜਾਂਦਾ ਸੀ ਸਾਡੇ ਨਾਲ। ਪਰ ਬਾਤ ਕੀ ਹੋ ਗਈ ਹੈ? ਅੱਜ ਤਾਂ ਉਲਟੀ ਬਾਤ ਹੋ ਗਈ। ਗੁਰੂ ਸਾਹਿਬ ਕਹਿੰਦੇ ਕਿ ਮੈਂ ਅਛੂਤ ਜੀ ਦੇ ਨਾਲ ਸਾਰਾ ਸਮਾਜ ਪਿੱਟਿਆ ਜਾਂਦਾ ਸੀ, ਉੱਚੀਆਂ ਜਾਤਾਂ ਦੇ ਲੋਕ ਪਿੱਟੇ ਜਾਂਦੇ ਸੀ, ਤਾਂ ਪਰ ਤੂੰ ਹੀ ਟਰੈ ਮੇਰੇ ਗਰੀਬ ਨਵਾਜ ਅਕਾਲ ਪੁਰਖ, ਤੇਰੀ ਕਿਰਪਾ ਹੋਈ ਹੈ ਕਿ ਅੱਜ ਮੇਰੇ ਪੈਰਾਂ 'ਚ ਪਿਆ ਹੈ। ਇਹ ਹੈ ਇਹਦਾ ਅਰਥ। ਔਰ ਮੇਰੇ ਸਿਰ ਤੇ ਛਤਰ ਝੂਲ ਰਿਹਾ, ਮੇਰੇ ਛਤਰ ਸਿਰ ਤੇ ਨਹੀਂ ਹੈ, ਪਰ ਅਕਾਲ ਪੁਰਖ ਤੂੰ ਐਸਾ ਹੀ ਵਿਵਸਥਾ ਬਣਾ ਦਿੱਤੀ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਚੌਰ, ਇਹ ਛਤਰ ਮੇਰੇ ਸਿਰ ਤੇ ਝੂਲ ਰਿਹਾ ਹੈ। ਕਿਵੇਂ ਝੂਲ ਰਿਹਾ ਹੈ? ਕਿ ਕੱਲ ਮੈਥੋਂ ਪਿੱਟੇ ਜਾਂਦੇ ਸੀ ਲੋਕ, ਤੇ ਜਿਹੜੇ ਲੋਕ ਪਿੱਟੇ ਜਾਂਦੇ ਸੀ ਮੇਰੇ ਤੋਂ, ਅੱਜ ਉਹ ਮੇਰੇ ਪੈਰਾਂ 'ਚ ਬੈਠੇ ਮੇਰੇ ਕੋਲੋਂ ਪੁੱਛ ਰਹੇ ਕਿ ਸੱਚੇ ਪਾਤਸ਼ਾਹ ਸਤਿਗੁਰੂ ਜੀਓ, ਸਾਨੂੰ ਕੋਈ ਰਸਤਾ ਦਿਖਾਓ ਕਿ ਅਸੀਂ ਆਪਣਾ ਕਲਿਆਣ ਕਰ ਸਕੀਏ ਔਰ ਬਾਕੀ ਸਮਾਜ ਦਾ ਕਲਿਆਣ ਵੀ ਕਰ ਸਕੀਏ। ਅੱਜ ਮੇਰੇ ਕੋਲੋਂ ਪੁੱਛਣ ਆਉਂਦੇ ਆ ਉਹ। ਇਹ ਕਿਰਪਾ ਹੈ ਤੇਰੀ। ਔਰ ਜਦ ਤੇਰੀ ਇਹ ਕਿਰਪਾ ਹੋਈ ਹੈ ਕਿ ਵੱਡੀਆਂ ਜਾਤਾਂ ਦੇ ਲੋਕ ਮੇਰੇ ਕੋਲ ਪੁੱਛਣ ਆਉਂਦੇ ਆ, ਮੇਰੇ ਕੋਲ ਮਾਰਗਦਰਸ਼ਨ ਲੈਣ ਆਉਂਦੇ ਆ, ਮੇਰੇ ਕੋਲ ਗਿਆਨ ਲੈਣ ਆਉਂਦੇ ਆ, ਇਹਦਾ ਮਤਲਬ ਅਕਾਲ ਪੁਰਖ ਤੂੰ ਗਰੀਬ ਨਵਾਜ ਹੈ। ਤੂੰ ਕਿਰਪਾ ਕਰਦਾ ਕਿਹਦੇ ਤੇ? ਮਜਲੂਮ ਲੋਕਾਂ ਤੇ ਕਿਰਪਾ ਕਰਦਾ ਹੈ। ਤੂੰ ਵੱਡਿਆਂ ਦਾ ਨਹੀਂ ਹੈ, ਤੂੰ ਨੀਚਾਂ ਦਾ ਸਾਥੀ ਹੈ, ਤੂੰ ਗਰੀਬ ਲੋਕਾਂ ਦਾ ਸਾਥੀ ਹੈ। ਜਿਵੇਂ ਤੂੰ ਮੇਰੇ ਨਾਲ ਖੜਾ ਹੈ, ਇਸੇ ਤਰ੍ਹਾਂ ਤੂੰ ਸਾਰੇ ਸਮਾਜ ਨਾਲ ਖੜਾ ਹੈ, ਕਿਉਂਕਿ ਤੇਰੀ ਸਿਰਜਣਾ ਹੋ। ਇੱਥੇ ਕੋਈ ਦੂਜੀ ਰਚਨਾ ਨਹੀਂ ਹੈ, ਸਿਰਫ ਤੇਰੀ ਰਚਨਾ ਹੈ। ਔਰ ਅੱਗੇ ਜਾ ਕੇ ਗੁਰੂ ਸਾਹਿਬ ਬਿਲਕੁਲ ਹੋਰ ਸਪਸ਼ਟ ਕਰ ਦਿੰਦੇ ਆ ਕਿ ਤੂੰ ਐਸਾ ਗਰੀਬ ਨਵਾਜ ਹੈ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ। ਦੱਸੋ ਕੀ ਕਸਰ ਹੈ ਭਾਈ? ਇਹ ਮੇਰੇ ਕਹਿਣ ਵਾਲੀ ਕਿਹੜੀ ਗੱਲ ਰਹੇਗੀ ਬਾਕੀ? ਕਿ ਮੈਂ ਕਹਾਂ ਕਿ ਗੁਰੂ ਸਾਹਿਬ ਇਹ ਕਹਿੰਦੇ ਆ। ਗੁਰੂ ਸਾਹਿਬ ਜਦ ਖੁਦ ਉਹ ਕਹੀ ਜਾਂਦੇ ਆ ਤਾਂ ਮੇਰੇ ਕਹਿਣ ਵਾਲੀ ਤਾਂ ਕੋਈ ਗੱਲ ਨਹੀਂ ਰਹੀ। ਪਰ ਫਿਰ ਵੀ ਸਾਡੀਆਂ ਮੁਸ਼ਕਲਾਂ ਬੜੀਆਂ ਅਜੀਬ ਕਿਸਮ ਦੀਆਂ ਕਿ ਸਾਡੇ ਸਮਾਜ ਨੂੰ ਸਹੀ ਦਿਸ਼ਾ 'ਚ ਕਿਸੇ ਨੇ ਦੱਸਿਆ ਨਹੀਂ ਹੈ ਕਿ ਅਕਾਲ ਪੁਰਖ, ਐਸਾ ਅਕਾਲ ਪੁਰਖ, ਐਸਾ ਗਰੀਬ ਨਵਾਜ, ਐਸਾ ਕਰਤਾ, ਐਸਾ ਕਰਤਾਰ, ਐਸਾ ਨਿਰੰਜਨ, ਐਸਾ ਪਰਉਪਕਾਰੀ ਮਕੰਦ ਹੈ ਕਿ ਨੀਚੋਂ ਊਚ ਕਰਤਾ ਹੈ। ਇੱਕ ਗੁਸਾਈ ਹੈ ਜੋ ਉੱਚੋਂ ਨੀਚ ਕਰਦਾ ਹੈ। ਇਹ ਉਲਟੀ ਅਵਸਥਾ ਹੈ। ਤੁਸੀਂ ਨਹੀਂ ਜਾਣਦੇ ਕਿ 3000 ਸਾਲ ਪਹਿਲਾਂ
ਜਿਨ੍ਹਾਂ ਲੋਕਾਂ ਨੂੰ ਇਸ ਧਰਤੀ ਤੇ ਅੱਜ ਨੀਚ ਕਿਹਾ ਜਾਂਦਾ ਹੈ। ਇਸ ਭਾਰਤ ਦੀ ਧਰਤੀ ਦੇ ਉੱਤੇ, ਜਿਹੜੀ ਭਾਰਤ ਦੀ ਧਰਤੀ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਲੈ ਕੇ ਲੰਕਾ ਤੇ ਬਰਮਾ ਤੱਕ ਫੈਲੀ ਹੋਈ ਸੀ, ਇਸ ਧਰਤੀ ਦੇ ਉੱਤੇ ਰਾਜ ਕਰਦੇ ਸੀ ਸਾਡੇ ਬਾਪ ਦਾਦੇ। ਦੁਨੀਆ ਦਾ ਸਭ ਤੋਂ ਵੱਡਾ ਰਾਜ ਸਾਡੇ ਬਜ਼ੁਰਗਾਂ ਦਾ ਰਾਜ ਹੋਇਆ ਕਰਦਾ ਸੀ। ਸੰਸਾਰ ਦਾ ਸਭ ਤੋਂ ਵਧੀਆ ਰਾਜ ਸਾਡਾ ਰਾਜ ਹੋਇਆ ਕਰਦਾ। ਮੈਂ ਹੁਣੇ ਤਸਵੀਰ ਵੇਖ ਕੇ ਆਇਆ ਆਪਣੇ ਰਾਜ ਦੀ, ਮੇਰੇ ਕੋਲ ਕਿਤਾਬ ਪਈ ਸੀ, ਜੇ ਹੁੰਦੀ ਮੈਂ ਦਿਖਾਉਂਦਾ ਤੁਹਾਨੂੰ, ਕਿ ਉਸ ਰਾਜ ਦੀ ਜਿਹੜੇ ਸਾਡੇ ਬਜ਼ੁਰਗਾਂ ਦਾ ਰਾਜ ਸੀ, ਜਿਹੜੇ ਮਹਿਲ ਸਾਡੇ ਬਜ਼ੁਰਗਾਂ ਦੇ ਬਣੇ ਹੋਏ ਸੀ, ਜਿਹੜੇ ਸਾਡੇ ਬਾਪ ਦਾਦਿਆਂ ਦੀਆਂ ਵੱਡੀਆਂ ਵੱਡੀਆਂ ਮੰਜ਼ਿਲਾਂ, 7-7 ਮੰਜ਼ਿਲਾਂ ਦੇ ਮਕਾਨ ਸਾਡੇ ਬਜ਼ੁਰਗਾਂ ਦੇ 3000 ਸਾਲ ਪਹਿਲਾਂ ਹੋਂਦ 'ਚ ਸੀ। ਔਰ ਉਹਦੀਆਂ ਤਸਵੀਰਾਂ ਜੇ ਤੁਸੀਂ ਦੇਖਣੀਆਂ ਚਾਹੋ ਤਾਂ ਮੇਰੇ ਕੋਲ ਉੱਥੇ ਕਮਰੇ 'ਚ ਪਈਆਂ। ਅੱਜ ਵੀ ਉਹ ਮੈਂ ਹੁਣੇ ਦੇਖ ਕੇ ਆਇਆ ਕਿ ਔਰ ਮੈਂ ਦੇਖ ਰਿਹਾ ਸੀ ਕਿ ਕਿੱਥੇ ਉਹ ਬਾਪ ਦਾਦੇ ਜਿਹੜੇ ਰਾਜ ਕਰਦੇ ਸੀ ਔਰ ਕਿੱਥੇ ਅਸੀਂ। ਔਰ ਗੁਰੂ ਰਵਿਦਾਸ ਦੇ ਹੁੰਦਿਆਂ, ਇੱਕ ਐਡੇ ਵੱਡੇ ਮਹਾਂਪੁਰਖ ਦੇ ਹੁੰਦਿਆਂ, ਅਗਰ ਅਸੀਂ ਬੁੱਤੀਆਂ ਕਰਦੇ ਫਿਰਦੇ ਹਾਂ, ਰੁਲੇ ਫਿਰਦੇ ਹਾਂ, ਤਾਂ ਕਸੂਰ ਗੁਰੂ ਦਾ ਨਹੀਂ ਹੈ, ਇਹ ਅਕਾਲ ਪੁਰਖ ਦਾ ਕਸੂਰ ਨਹੀਂ ਹੈ, ਇਹ ਕਸੂਰ ਸਾਡਾ ਹੈ। ਔਰ ਮੇਰੇ ਵਰਗੇ ਬੰਦਿਆਂ ਦਾ ਕਸੂਰ ਹੈ, ਜਿਨ੍ਹਾਂ ਨੇ ਵਿੱਦਿਆ ਹਾਸਲ ਕੀਤੀ ਔਰ ਜਿਨ੍ਹਾਂ ਨੇ ਵਿੱਦਿਆ ਹਾਸਲ ਕਰਨ ਤੋਂ ਬਾਅਦ ਸਿਵਾਏ ਪੇਟ ਤੋਂ ਆਪਣੇ ਸਮਾਜ ਦਾ ਕਦੇ ਨਹੀਂ ਸੋਚਿਆ, ਆਪਣੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੇ ਲੋਕਾਂ ਨੂੰ ਸਹੀ ਰਸਤਾ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਮੈਨੂੰ ਮੌਕਾ ਮਿਲਿਆ ਹੈ, ਮੈਨੂੰ ਤੁਸੀਂ ਕਿਰਪਾ ਕੀਤੀ ਹੈ ਮੇਰੇ ਤੇ, ਮੈਨੂੰ ਕੁਝ ਬੋਲਣ ਦਾ ਮੌਕਾ ਦਿੱਤਾ ਹੈ, ਤਾਂ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਹਾਂ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਿ ਐਸਾ ਅਕਾਲ ਪੁਰਖ ਜਿਹੜਾ ਮਨੁੱਖ ਨੂੰ ਨੀਚ ਤੋਂ ਊਚ ਕਰਦਾ ਹੈ। ਇਹ ਤਾਂ ਉਲਟੀ ਕਹਾਣੀ ਹੈ। ਇੱਕ ਐਸਾ ਗੁਸਾਈ ਹੈ ਜੋ ਉੱਚੋਂ ਨੀਚ ਕਰਦਾ ਹੈ। ਹਜ਼ਾਰਾਂ ਸਾਲਾਂ ਬਾਅਦ ਲੜਦਿਆਂ ਗੁਰੂ ਸਾਹਿਬ ਦਾ ਸਮਾਂ ਆਇਆ, ਜਦ ਗੁਰੂ ਸਾਹਿਬ ਨੇ ਉਹ ਸਾਰੀ ਚੀਜ਼ ਨੂੰ ਸਮਝਣ ਤੋਂ ਬਾਅਦ ਇਸ ਅਕਾਲ ਪੁਰਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਇਸ ਅਕਾਲ ਪੁਰਖ ਦਾ ਸੱਚ ਜਾਣਿਆ, ਇਸ ਅਕਾਲ ਪੁਰਖ ਦਾ ਜੁਗੋ ਜੁਗ ਅਟਲ ਜੋ ਹੈ, ਜੋ ਸੱਚਾਈ ਹੈ, ਉਸ ਨੂੰ ਜਾਣਿਆ। ਤਦ ਉਹਨੇ ਕਿਹਾ ਕਿ ਹੇ ਗਰੀਬ ਨਵਾਜ, ਤੂੰ ਸਾਡਾ ਅਰਦਾਤਾ ਹੈ, ਤੂੰ ਅੰਨਦਾਤਾ ਹੈ। ਇਹ ਧਰਤੀ ਤੇਰੀ ਦਿੱਤੀ ਹੋਈ ਹੈ, ਇਹ ਸੂਰਜ ਤੇਰਾ ਦਿੱਤਾ ਹੋਇਆ ਹੈ, ਇਹ ਪਾਣੀ ਤੇਰਾ ਦਿੱਤਾ ਹੋਇਆ ਹੈ, ਇਹ ਜੰਗਲ ਬੂਟੇ ਤੇਰੇ ਦਿੱਤੇ ਹੋਏ ਹੈ, ਇਹ ਹਵਾਵਾਂ ਤੇਰੀਆਂ ਦਿੱਤੀਆਂ ਹੋਈਆਂ, ਇਹ ਅਗਨੀ ਤੇਰੀ ਦਿੱਤੀ ਹੋਈ ਹੈ, ਇਹ ਖਾਣ ਪੀਣ ਤੇਰਾ ਦਿੱਤਾ ਹੋਇਆ ਹੈ, ਔਰ ਕੋਈ ਦੂਜੀ ਸ਼ਕਤੀ ਨਹੀਂ ਹੈ ਜੋ ਸਾਨੂੰ ਦਿੰਦੀ ਹੈ। ਔਰ ਤੂੰ ਐਸਾ ਕਰਤਾ ਹੈ ਜਿਹਨੂੰ ਯਾਦ ਕਰਦਿਆਂ ਅੱਜ ਮੈਂ ਨੀਚੋਂ ਊਚ ਹੋ ਗਿਆ ਹਾਂ। ਊਚ ਕਿਵੇਂ ਹੋ ਗਿਆ? ਕਿਉਂਕਿ ਉੱਚੇ ਲੋਕ ਪੈਰੀਂ ਪਏ ਆ। ਜਦ ਉੱਚੇ ਲੋਕ ਆ ਕੇ ਪੈਰੀਂ ਪੈਂਦੇ ਆ, ਜਦ ਉੱਚੇ ਲੋਕ ਨੀਵੇਂ ਆਦਮੀ ਦੀ ਗੱਲ ਸੁਣਦੇ ਆ, ਜਦ ਛੋਟੇ ਆਦਮੀ ਨੂੰ ਉਹ ਸੁਣਨ ਬੈਠਦੇ ਆ, ਜਦ ਉਹਦੀ ਗੱਲ ਮੰਨਣ ਬੈਠਦੇ ਆ, ਤਾਂ ਮਨੁੱਖ ਨੀਚੋਂ ਊਚ ਹੋ ਜਾਂਦਾ ਹੈ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਮੇਰਾ ਖਿਆਲ ਹੈ ਇਹ ਗੱਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਕਿ ਇਹ ਅਕਾਲ ਪੁਰਖ ਕਿਸੇ ਤੋਂ ਡਰਦਾ ਨਹੀਂ ਹੈ। ਗੁਰੂ ਸਾਹਿਬ ਜਿਸ ਅਵਸਥਾ ਨੂੰ ਲੜਦੇ ਰਹੇ, ਸਤਿਗੁਰੂ ਨਾਮਦੇਵ ਜਿਸ ਅਵਸਥਾ ਨੂੰ ਲੜਦੇ ਰਹੇ, ਸਤਿਗੁਰੂ ਕਬੀਰ ਜਿਸ ਅਵਸਥਾ ਨੂੰ ਲੜਦੇ ਰਹੇ, ਸਤਿਗੁਰੂ ਰਵਿਦਾਸ ਜਿਸ ਅਵਸਥਾ ਨੂੰ ਲੜਦੇ ਰਹੇ, ਸਤਿਗੁਰੂ ਸੈਣ ਜਿਸ ਅਵਸਥਾ ਨੂੰ ਲੜਦੇ ਰਹੇ, ਉਹ ਅਖੀਰ ਆ ਕੇ 1950 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕੁਛ ਹਿੱਸਾ ਉਹਦਾ ਆਪਣੇ ਹੱਥਾਂ ਨਾਲ ਪੂਰਾ ਕੀਤਾ। ਉਹ ਮਹਾਂ ਸੰਤ, ਪਰਮ ਸੰਤ ਆ ਉਹ, ਜਿਸ ਮਨੁੱਖ ਨੇ ਮੇਰੇ ਵਰਗੇ ਅਛੂਤ ਨੂੰ ਬੋਲਣ ਦਾ ਅਧਿਕਾਰ ਦਿੱਤਾ। ਅੱਜ ਮੈਂ ਕਾਲਜ ਪੜ੍ਹਿਆ, ਯੂਨੀਵਰਸਿਟੀਆਂ 'ਚ ਪੜ੍ਹਿਆ, ਵੱਡੀ ਨੌਕਰੀ ਕੀਤੀ ਔਰ ਢੇਰ ਸਾਰੇ ਪੈਸੇ ਕਮਾਉਂਦਾ ਰਿਹਾ। ਕਿਹਦੇ ਕਰਕੇ? ਬਾਬਾ ਸਾਹਿਬ ਕਰਕੇ ਕਮਾਉਂਦਾ ਰਿਹਾ। ਬਾਬਾ ਸਾਹਿਬ ਨੇ ਕੀ ਕੀਤਾ ਕਿ ਸਤਿਗੁਰਾਂ ਦੀ ਗੱਲ ਨੂੰ ਪੂਰਾ ਕਰਨ ਵਾਸਤੇ ਜ਼ਿੰਦਗੀ ਪੂਰੀ ਦੀ ਪੂਰੀ ਉਹਨੇ ਲਾਤੀ, ਔਰ ਜਿੰਨਾ ਉਹ ਕਰ ਸਕਿਆ ਕਰ ਗਿਆ। ਬਾਕੀ ਸਾਡੀ ਜ਼ਿੰਮੇਵਾਰੀ ਸੀ ਕਰਨਾ। ਔਰ ਗੁਰੂ ਕਹਿੰਦੇ ਕਿ ਉਹ ਰੱਬ ਜੋ ਸਾਡਾ ਹੈ, ਜੋ ਅਕਾਲ ਪੁਰਖ ਸਾਡਾ ਹੈ, ਉਹ ਵੈਰ ਨਹੀਂ ਕਰਦਾ। ਉਹਦੀ ਉਦਾਹਰਨ ਕੀ ਹੈ ਕਿ ਕੀ ਸੂਰਜ ਤੁਹਾਨੂੰ ਪੁੱਛ ਕੇ ਤੁਹਾਡੇ ਘਰੇ ਆਉਂਦਾ? ਅਕਾਲ ਪੁਰਖ ਦਾ ਸੂਰਜ ਹੈ ਜਿਹੜਾ, ਇਹ ਤੁਹਾਨੂੰ ਪੁੱਛ ਕੇ ਤੁਹਾਡੇ ਘਰੇ ਵੜਦਾ ਕਿ ਤੁਹਾਡੀ ਜਾਤ ਕੀ ਹੈ। ਕੀ ਜਦ ਹਵਾ ਵਗਦੀ ਹੈ ਇਹ ਪੁੱਛ ਕੇ ਵੜਦੀ? ਇਹਦਾ ਮਤਲਬ ਹੈ ਕਿ ਅਕਾਲ ਪੁਰਖ ਕਿਸੇ ਨਾਲ ਵੈਰ ਨਹੀਂ ਕਰਦਾ। ਅਕਾਲ ਪੁਰਖ ਜਦ ਦਿੰਦਾ ਹੈ ਸਭ ਨੂੰ ਬਰਾਬਰ ਦਿੰਦਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ। ਅਕਾਲ ਪੁਰਖ ਨੇ ਤੁਹਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ। ਉਹ ਅਜੂਨੀ ਹੈ, ਉਹ ਕਦੇ ਜੂਨ 'ਚ ਨਹੀਂ ਆਉਂਦਾ। ਤੁਸੀਂ ਕਦੇ ਗ੍ਰੰਥਾਂ ਨੂੰ ਪੜ੍ਹੋਗੇ ਤਾਂ ਬੜੀ ਆਸਾਨੀ ਨਾਲ ਗੱਲ ਸਮਝ ਲੈ। ਇਸੇ ਕਰਕੇ ਗੁਰੂ ਨੇ ਸ਼ਬਦ ਲਿਖਿਆ ਅਜੂਨੀ ਸਹਿਬੰਗ। ਸਹਿਬੰਗ ਦਾ ਕੀ ਅਰਥ ਹੈ ਕਿ ਇਸ ਨੂੰ ਕੋਈ ਬਣਾਉਣ ਵਾਲਾ ਨਹੀਂ ਹੈ, ਇਹ ਆਪਣੇ ਆਪ ਹੈ, ਤੁਹਾਡਾ ਬਣਾਇਆ ਨਹੀਂ ਹੈ। ਇਹਨੂੰ ਕੋਈ ਨਹੀਂ ਬਣਾ ਸਕਦਾ। ਇਹ ਐਡਾ ਬੇਅੰਤ ਹੈ ਕਿ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਮੈਂ ਤੁਹਾਨੂੰ ਕਿਹਾ ਨਾ ਕਿ ਉੱਪਰ ਅਰਬਾਂ ਤਾਰੇ ਹੈ ਔਰ ਇੱਕ ਤਾਰਾ ਇਸ ਧਰਤੀ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ। ਇੱਥੋਂ ਅਰਬਾਂ ਮੀਲ ਦੂਰ ਆ ਉਹ,
ਉੱਥੋਂ ਤੁਹਾਡੇ ਚਾਨਣ ਇੱਥੇ ਪਹੁੰਚ ਰਿਹਾ ਹੈ। ਇਹ ਕੀ ਆਪਣਾ ਕੀਤਾ ਹੋਇਆ ਹੈ? ਕੀ ਇਹ ਮਨੁੱਖ ਹੈ ਜਿਹੜਾ ਮੈਂ ਬੋਲ ਰਿਹਾ, ਜਾਂ ਤੁਸੀਂ ਬੈਠੇ ਹੋ, ਕਿ ਅਸੀਂ ਆਪਣੇ ਆਪ ਬਣੇ ਹੋਏ ਆ? ਇਹ ਅਕਾਲ ਪੁਰਖ ਦੀ ਰਚਨਾ ਹੈ। ਇਹ ਸੂਰਜ, ਇਹ ਚੰਦ, ਇਹ ਧਰਤੀ, ਇਹ ਤਾਰੇ ਸਭ ਅਕਾਲ ਪੁਰਖ ਨੇ ਆਪਣੇ ਆਪ ਬਣਾਏ, ਤੁਹਾਨੂੰ ਪੁੱਛ ਕੇ ਨਹੀਂ ਬਣਾਇਆ ਹੈ। ਇਹ ਸਹਿਬੰਗਾ ਹੈ। ਇਹ ਸ਼ਬਦ ਜੋ ਹੈ, ਇਸ ਸ਼ਬਦ ਨੂੰ ਸਮਝਣਾ ਹੈ। ਇਹ ਸਧਾਰਨ ਅਰਥਾਂ ਵਾਲਾ ਸ਼ਬਦ ਨਹੀਂ ਹੈ। ਭਾਰਤ ਦਾ ਪੂਰਾ ਇਤਿਹਾਸ ਇਸ ਸ਼ਬਦ ਦੇ ਵਿੱਚ ਦਰਜ ਹੈ। ਅਗਰ ਸਾਡੇ ਪੱਲੇ ਪੈ ਜਾਏ ਇਹ ਸ਼ਬਦ, ਅਗਰ ਗੁਰੂ ਦੀ ਗੱਲ ਸਾਡੇ ਪੱਲੇ ਪੈ ਜਾਏ, ਤਾਂ ਕੱਲ ਅਸੀਂ ਵੀ ਗੁਰੂ ਦੇ ਬੱਚੇ ਹਾਂ ਜੋ ਮਹਿਸੂਸ ਕਰਾਂਗੇ ਕਿ ਸਾਡੇ ਤੇ ਵੀ ਉਹ ਛਤਰ ਝੂਲੇਗਾ। ਅਸੀਂ ਉਹੀ ਮਾਣ ਸਨਮਾਨ ਹਾਸਲ ਕਰ ਸਕਾਂਗੇ। ਅਸੀਂ ਇਸ ਧਰਤੀ ਦੇ ਉੱਤੇ ਸੁੱਖ ਚੈਨ ਨਾਲ ਜਿਉ ਸਕਾਂਗੇ। ਅਸੀਂ ਇਸ ਧਰਤੀ ਦੇ ਉੱਤੇ ਆਪਣਾ ਭਲਾ ਕਰ ਸਕਾਂਗੇ ਔਰ ਦੂਸਰਿਆਂ ਦਾ ਭਲਾ ਵੀ ਕਰ ਸਕਾਂਗੇ। ਇਹ ਜਗ ਸੱਚੇ ਕੀ ਹੈ ਕੋਠੜੀ, ਜਿੱਥੇ ਸੱਚਾ ਰਹਿੰਦਾ ਹੈ ਇਸ ਨੂੰ ਸੁਰਗ ਬਣਾ ਸਕਾਂਗੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਤੁਹਾਡੇ ਤੋਂ ਰਜਾ ਲੈਂਦਾ ਹਾਂ। ਜੈ ਗੁਰਦੇਵ।